ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਮਾਈ ਪਾਈ ਵਡਭਾਗੇ ਹੋ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਤੁਰਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਇਲਾਹੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪਣੇ ਮਨ ਚਿੱਤ ਨੂੰ ਇਕਾਗਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੀ ਚੱਲ ਰਹੀ ਲੜੀ ਦੇ ਤਹਿਤ ਅੱਜ ਦਾ ਜੋ ਪਾਵਨ ਸ਼ਬਦ ਹੈ ਉਸ ਦੇ ਵਿਚਾਰ ਨਾਲ ਜੁੜੀਏ। 203 ਅੰਗ ਦੇ ਉੱਤੇ ਗੌੜੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਗੌੜੀ ਬੈਰਾਗਣ ਰहोए के शांत के घर, महला पंजवा। गौड़ी राग है, बैरागण राग दी किस्म है। जिहड़ी गौड़ी है ना, गौड़ी राग कह लो, गौड़ी राग दियां श्री गुरु ग्रंथ साहिब विच 12-13 तरह की गौड़ी मिलती है, कई किस्मां मिलदियां ने। गौड़ी बैरागण भी है, गौड़ी चेती भी है, गौड़ी दिवकी भी है। इस तरीके इत्थे जिहड़ी गौड़ी है ये गौड़ी बैरागण है। रहोए के छंद के घर, रहोए दा जिहड़ा छंद पढ़िया जाता है उस दे तरीके इस शब्द की चाल या अगे आने वाले शब्द पढ़े जाते हैं। रहोए के शंत इउं पढ़े जाते सन जिवें ठेठ पंजाबी दे विच कोई धारना पढ़ी जाती है पंजाबी की, जिवें बाबे मालवे वाले संत महात्मा महापुरुष पुराने जिहड़े सन वो गल समझ आ जाए इसलिए लम्मी जी हेक ला के ठेठ पंजाबी विच धारना बना के गाउंदे सन। वो जिहड़ी चाल है, वो जिहड़ा तरीका है, वो रहोए दे घर वाला तरीका है। प्रोफैसर साहब सिंह ने गल लिखी है। इस शब्द तो पहला जिहड़े उन्हें अखरी अर्थ दिते ना उहदे विच दूजा इहदा उन्हें यह भी जिक्र किया है कि जिस तरीके पुराने समयां दे विच बीबियां विआहां दे विच गीत गाउंदियां सन। कोई विआह होना, इकट्ठियां हो के माइयां ने गीत गाउणे। पहले समयां विच ते धार्मिक गाउंदियां सन बीबियां ज़्यादातर, ते उहनूं लम्मी हेक दे विच गाउंदियां सन। ते ओह तरीका इस शब्द दे विच गुरु अर्जन देव जी कहंदे वरतना है। रहोए के छंत के घर, महला पंजवा, पंचम पातशाह गुरु अर्जन देव जी का शब्द है। और ये विच ये रहाओ वाली पंक्ति दोबारा दोबारा बार बार पढ़ के ये गाई जाती सी। हुण भी इदां ही है, जिहड़े गीत संगीत नूं जाणदे आ उहदे च ते बहुत महत्व है। एक अंतरा हुंदा, एक अस्थाई हुंदी है। अंतरा अस्थाई ये दोवां दा ही सुमेल चलदा है। वार वार गाई जाना, दोबारा फिर आउणा एक चीज़ नूं लैके। ते एक हुंदी एक बारी गीत गा दिता कोई, उहदे दो शब्द गाते, पर एक मुख लाइन हुंदी है जिहड़ी जिहदे उत्ते सारा दारो मदार हुंदा है। उहनूं आपां अपने तरीके नाल रहाओ वाली पंक्ति कह दिंदे आ। एक ओंकार सतगुर प्रसाद, परमात्मा वाहिगुरू एक है। ओंकार सर्व दा प्रकाशक, सर्व दी रखिया करन वाला। सतगुर प्रसाद, सतगुरु की कृपा नाल उहदी प्राप्ति हुंदी है।
ਉਹ ਸਤ ਹੈ, ਚੇਤਨ ਹੈ, ਆਨੰਦ ਸਰੂਪ ਹੈ। ਅੱਗੇ ਸ਼ਬਦ ਦੀ ਰਮਤਾ ਕਰ ਰਹੇ, ਹੈ ਕੋਈ RAM ਪਿਆਰੋ ਗਾਵੈ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਕੋਈ RAM ਪਿਆਰੋ ਗਾਵੈ। ਬਈ ਹੈ ਕੋਈ ਇੱਦਾਂ ਦਾ ਬੰਦਾ? ਕਹਿੰਦੇ ਜੀ ਕਿੱਦਾਂ ਦਾ? RAM ਪਿਆਰੋ ਗਾਵੈ। ਜਿਹੜਾ ਕੋਈ ਬੰਦਾ RAM ਪਿਆਰੇ ਵਾਹਿਗੁਰੂ, RAM ਰਮਿਆ ਹੋਇਆ ਜੋ ਪ੍ਰਮਾਤਮਾ ਹੈ, ਸਾਡਾ ਪਿਆਰਾ ਹੈ, ਗਾਵੇ। ਜਿਹੜਾ ਰੱਬ ਦਾ ਪਿਆਰਾ ਕੋਈ ਹੋਵੇ ਤੇ ਪਿਆਰੇ ਵਾਹਿਗੁਰੂ ਦੇ ਗੁਣ ਗਾਵੇ। ਕੋਈ ਇੱਦਾਂ ਦਾ ਬੰਦਾ ਮਿਲ ਜਾਏ, ਕਹਿੰਦੇ ਜੀ ਇੱਦਾਂ ਦਾ ਬੰਦਾ ਕਿਉਂ ਲੱਭਦੇ ਹੋ? ਗੁਰੂ ਜੀ ਕਹਿੰਦੇ ਸਰਬ ਕਲਿਆਣ ਸੂਖ ਸੱਚ ਪਾਵੈ। ਲਓ ਵੀ ਆਫਰ ਚੱਲ ਰਹੀ, ਗੁਰੂ ਅਰਜਨ ਦੇਵ ਜੀ ਕਹਿੰਦੇ ਅੱਜ ਕੋਈ ਰੱਬ ਦੇ ਗੀਤ ਸੁਣਾ ਦੇਵੇ ਤੇ ਬਦਲੇ 'ਚ ਕੀ ਮਿਲੂ? ਸਰਬ ਕਲਿਆਣ, ਸਾਰੇ ਹੀ ਸੁਖ, ਕਲਿਆਣ, ਮੁਕਤੀ, ਸੁਖ ਅਤੇ ਸੱਚ। ਸੱਚ ਤੇ ਕੇਵਲ ਪ੍ਰਮਾਤਮਾ ਹੀ ਹੈ। ਸੱਚੇ ਪ੍ਰਮਾਤਮਾ ਨੂੰ ਵੀ ਪਾ ਲਵੇ। ਲਓ ਕੋਈ ਅੱਜ ਰੱਬ ਦੇ ਗੀਤ ਸੁਣਾਵੇ ਤੇ ਜੋ ਚਾਹੁੰਦਾ ਉਹ ਮਿਲ ਜਾਊਗਾ। ਗੁਰੂ ਅਰਜਨ ਦੇਵ ਜੀ ਕਹਿ ਰਹੇ ਕਿੱਡੀ ਵੱਡੀ ਗੱਲ ਹੈ ਵੀ ਕੋਈ ਰੱਬ ਦੇ ਗੁਣ ਗਾਵੇ, ਉਹਦੀ ਸਿਫਤ ਕਰੇ ਤੇ ਪ੍ਰਮਾਤਮਾ ਨੂੰ ਪਾ ਲਵੇ। ਸਾਰੇ ਹੀ ਸੁੱਖ ਮਿਲ ਜਾਣਗੇ, ਮੁਕਤੀ ਮਿਲ ਜਾਏਗੀ, ਸਾਰੇ ਸੁੱਖ, ਸੱਚ ਦੀ ਪ੍ਰਾਪਤੀ ਉਹਨੂੰ ਹੋ ਜਾਏਗੀ। ਉਸ ਸੱਚ ਦੀ ਜੋ ਆਦ ਸੱਚ ਹੈ, ਜੋ ਜੁਗਾਦ ਹੈ, ਜੋ ਹੈ ਵੀ ਹੈ ਤੇ ਅੱਗੇ ਨੂੰ ਵੀ ਹੋਸੀ ਵੀ ਸੱਚ ਹੈ। ਵਿਰਲਿਆਂ ਬੰਦਿਆਂ ਦੇ ਅੰਦਰ ਇਹ ਚੀਜ਼ ਟਿਕਦੀ ਹੈ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਵੀ ਆਵੇ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਇਤਿਹਾਸ ਦੀ ਘਟਨਾ ਹੁੰਦੀ ਹੈ। ਸੰਗਤ ਵਿੱਚ ਬੈਠੇ ਸਨ ਤਖਤ ਉੱਤੇ, ਬੈਠਿਆਂ ਬੈਠਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕੋਈ ਬੰਦਾ ਬਈ ਗੁਰਮੁਖ ਤੁਹਾਡੇ ਚ ਸੰਗਤ ਚੋਂ ਜਪਜੀ ਸਾਹਿਬ ਦਾ ਪਾਠ ਸੁਣਾਵੇ, ਇੱਕ ਪਾਠ ਸ਼ੁੱਧ ਸੁਣਾਵੇ, ਆਪਣੇ ਵੱਲੋਂ ਨਾ ਕੋਈ ਲਾਵੇ, ਲਗ ਮਾਤਰ ਵਧਾਵੇ ਘਟਾਵੇ ਨਾ, ਸ਼ੁੱਧ ਪਾਠ ਸੁਣਾ ਦੇ ਜਪਜੀ ਸਾਹਿਬ ਦਾ। ਤੇ ਨਾਲ ਵਚਨ ਕੀਤਾ ਕੋਈ ਜਪਜੀ ਦਾ ਪਾਠ ਸੁਣਾਵੇ ਮੂੰਹੋਂ ਮੰਗੀਆਂ ਮੁਰਾਦਾਂ ਪਾਵੇ। ਕਹਿੰਦੇ ਜੋ ਮੂੰਹੋਂ ਮੰਗੋਗੇ ਉਹ ਅੱਜ ਮਿਲ ਜੂਗਾ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਸੰਗਤ ਦੇ ਵਿੱਚ ਪਾਠ ਕਰਨ ਵਾਲੇ ਤਾਂ ਬਹੁਤ ਸਨ, ਪਰ ਦੋ ਚੀਜ਼ਾਂ ਸਨ। ਇੱਕ ਤਾਂ ਸ਼ੁੱਧ ਤਰੀਕੇ ਬਾਣੀ ਨੂੰ ਪੜ੍ਹਨਾ, ਇਹ ਬੜਾ ਲਾਜ਼ਮੀ ਹੋ ਜਾਇਆ ਕਰਦਾ। ਗੁਰਬਾਣੀ ਦੀ ਸ਼ੁੱਧਤਾ ਨਾ, ਸਹੀ ਤਰੀਕੇ ਗੁਰਬਾਣੀ ਨੂੰ ਪੜ੍ਹਨਾ ਇਹ ਬਹੁਤ ਜ਼ਰੂਰੀ ਹੈ। ਪਹਿਲਾਂ ਇਹ ਹੈ ਵੀ ਜੋ ਮੈਂ ਲਿਖੀ ਉੱਦਾਂ ਹੀ ਪੜ੍ਹਨੀ ਚਾਹੀਦੀ ਹੈ। ਅੱਖਰ ਲਿਖੇ ਸਹੀ ਗਾਵਾਂ। ਭਾਸ਼ਾਈ ਵਿਆਕਰਣਿਕ ਤੌਰ ਤੇ ਅਗਰ ਜਿਸ ਤਰੀਕੇ ਕੋਈ ਚੀਜ਼ ਲਿਖੀ ਹੈ ਉਸ ਤਰੀਕੇ ਨਾ ਪੜ੍ਹੀ ਜਾਏ ਤੇ ਬਹੁਤ ਵੱਡੀ ਤਰੁੱਟੀ ਅਤੇ ਦੋਸ਼ ਮੰਨਿਆ ਜਾਂਦਾ। ਇਹ ਬਾਹਰਲਾ ਪੱਖ ਹੈ ਪਹਿਲਾ। ਦੂਜਾ ਪੱਖ, ਅਗਰ ਇੱਕ ਵੀ ਲਗ ਜਾਂ ਮਾਤਰ ਕਿਤੇ ਗਲਤ ਲੱਗ ਜਾਏ ਤੇ ਬਾਣੀ ਦੇ ਅਰਥ ਬਦਲ ਜਾਂਦੇ ਆ, ਅਰਥ ਦਾ ਅਨਰਥ ਹੋ ਜਾਂਦਾ। ਉਦਾਹਰਨ ਦੇ ਤੌਰ ਤੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ, ਵਾਹਿਗੁਰੂ ਸਤਿਗੁਰੂ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਬਿਰਾਜਮਾਨ ਸਨ। ਇੱਕ ਸਿੱਖ ਬਾਣੀ ਪੜ੍ਹ ਰਿਹਾ ਸੀ, ਬਾਣੀ ਚੱਲ ਰਹੀ ਸੀ ਦੱਖਣੀ ਓੰਕਾਰ ਬਾਣੀ ਦਾ ਨਾਮ ਹੈ। ਤੇ ਆਮ ਤੌਰ ਤੇ ਦੱਖਣੀ ਓੰਕਾਰ ਆਪਾਂ ਕਹਿੰਦੇ ਹਾਂ, ਪੁਰਾਤਨ ਸਰੂਪ ਜਿਹੜੇ ਜਿੰਨੇ ਵੀ ਬਜ਼ੁਰਗ ਸਨ ਉਹਨੂੰ ਦੱਖਣੀ ਓੰਕਾਰ ਹੀ ਕਹਿੰਦੇ ਆ। ਅਸਲ ਰੂਪ ਵਿੱਚ ਦੱਖਣੀ ਰਾਗ ਨਾਲ ਸੰਬੰਧਿਤ ਹੈ। ਇਉਂ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ, ਪਰ ਸੰਪਰਦਾ ਦੇ ਜਿਤਨੇ ਵਿਦਵਾਨ ਨੇ ਉਹਨੂੰ ਦੱਖਣੀ ਓੰਕਾਰ ਹੀ ਕਹਿੰਦੇ। ਚਲੋ, ਦੱਖਣੀ ਓੰਕਾਰ ਬਾਣੀ ਪੜ੍ਹ ਰਹੇ ਸਨ ਗੁਰਸਿੱਖ। ਤੇ ਪੜ੍ਹਦਿਆਂ ਪੜ੍ਹਦਿਆਂ ਇੱਕ ਪੰਗਤੀ ਆਈ ਵਿੱਚ। ਪੰਗਤੀ ਇਹ ਆਈ ਕਿ
ਕਰਤੇ ਕੀ ਮਿੱਤ ਕਰਤਾ ਜਾਣਾ। ਇਹ ਆ ਜਿਹੜੀ ਮੈਂ ਅੱਜ ਗੱਲ ਸੁਣਾ ਰਿਹਾ, ਬੜੇ ਧਿਆਨ ਨਾਲ ਸੁਣਨੀ ਹੈ ਤੁਸੀਂ। ਕਰਤੇ ਕੀ ਮਿੱਤ ਕਰਤਾ ਜਾਣਾ, ਕੀ ਜਾਣਾ ਗੁਰਸੂਰਾ, ਇਉਂ ਪੜਿਆ ਉਹਨੇ। ਲਿਖਿਆ ਕੀ ਹੋਇਆ, ਕਹਿ, ਕੱਕੇ ਨੂੰ ਦੁਲਾਂ ਲੱਗੀ ਹੋਈ ਆ, ਦੁਲਾਂ। ਉਹਨੇ ਕੀ ਪੜ੍ਹਤੀ, ਇੱਕ ਲਾਂ। ਲਾਵਾਂ ਨਹੀਂ ਕਹਿਣਾ, ਲਾਵਾਂ ਬਾਣੀ ਦਾ ਨਾਮ ਹੈ, ਲਾਂ। ਕਾਇਦਿਆਂ ਵਿੱਚ ਪੁਰਾਤਨ ਜਿਹੜੇ ਪੜ੍ਹਾਉਂਦੇ ਲਾਂ ਹੀ ਕਹਿੰਦੇ, ਦੂਜੇ ਨੂੰ ਦੁਲਾਵਾਂ, ਪਹਿਲੇ ਨੂੰ ਲਾਂ। ਇਹਦੀ ਮਾਤਰਾ ਇੱਕ ਮਾਤਰਾ ਲੱਗੀ ਸੀ, ਦੋ ਮਾਤਰਾ ਲੱਗੀਆਂ ਸੀ, ਉਹਨੇ ਇੱਕ ਲਾ ਦਿੱਤੀ। ਕੇ ਜਾਣਾ ਗੁਰਸੂਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣ ਰਹੇ ਸਨ ਤੇ ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਜਾਓ ਉਹਨੂੰ ਸ਼ੁੱਧ ਕਰਾਓ ਬਾਣੀ, ਬਈ ਗਲਤ ਪੜ੍ਹੀ ਜਾਂਦਾ। ਇੱਕ ਵਾਰ ਦੋ ਵਾਰ ਉਹਨੂੰ ਕਿਹਾ ਸ਼ੁੱਧ ਪੜ੍ਹੋ, ਪੜ੍ਹਦਾ ਪੜ੍ਹਦਾ ਉਹ ਫੇਰ ਉਦਾਂ ਹੀ ਪੜ੍ਹੀ ਜਾਏ। ਸਿੱਖ ਨੂੰ ਗੁੱਸਾ ਆਇਆ ਤੇ ਉਹਨੇ ਝਿੜਕ ਮਾਰੀ, ਚਪੇੜ ਮਾਰੀ ਉਹਦੇ। ਕੰਠ ਬਾਣੀ ਪੜ੍ਹ ਰਿਹਾ ਸੀ, ਹੱਥ ਵਿੱਚ ਪੋਥੀ ਹੋਵੇ ਨਾ, ਜੇ ਕਿਸੇ ਦੇ ਤੇ ਕਿਸੇ ਵੀ ਸਿੰਘ ਨੂੰ ਡਾਂਟਣਾ, ਝਿੜਕਣਾ, ਮਾਰਨਾ ਨਹੀਂ ਚਾਹੀਦਾ। ਵੈਸੇ ਵੀ ਕੋਸ਼ਿਸ਼ ਕਰੋ। ਇੱਕ ਮੈਂ ਪੜ੍ਹ ਰਿਹਾ ਸੀ, ਸਰਦਾਰ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਹੈ, ਖਾੜਕੂ ਸਮੇਂ ਦਾ ਜਿਹੜਾ ਸੰਘਰਸ਼ ਸੀ ਉਹਨਾਂ ਦਾ, ਉਹਦੇ ਉੱਤੇ ਇੱਕ ਬਹੁਤ ਜ਼ਾਲਮ ਬੰਦਾ ਜਿਹਨੇ ਬੜੇ ਸਿੰਘਾਂ ਨੂੰ ਤਸੀਹੇ ਦੇ ਕੇ ਮਾਰਿਆ ਸੀ, ਉਹ ਬੰਦੇ ਨੂੰ ਸ਼ੋਧਣ ਲਈ ਸਿੰਘ ਚਲੇ ਗਏ। ਐਨ ਜਿੱਥੇ ਉਹ ਰਾਤ ਨੂੰ ਠਹਿਰਿਆ ਸੀ ਉੱਥੇ ਪੂਰੀ ਤਿਆਰੀ 'ਚ ਸੀ ਵੀ ਲੈ ਵੀ ਅੱਜ ਇਹਨੂੰ ਪੂਰਾ ਸ਼ੋਧਾ ਲਾ ਦੇਣਾ। ਜਦੋਂ ਐਨ ਬਿਲਕੁਲ ਸਿੰਘ ਉਹਦੇ ਸਾਹਮਣੇ ਹੋਏ ਨਾ ਵੀ ਇਹਨੂੰ ਲੈ ਵੀ ਹੁਣ ਚਾੜ ਦੇਣਾ ਗੱਡੀ, ਮੌਕਾ ਮਿਲ ਗਿਆ। ਕੁਦਰਤੀ ਜਦੋਂ ਦਰਵਾਜ਼ੇ 'ਚੋਂ ਨਿਕਲਿਆ ਉਹਦੇ ਹੱਥ 'ਚ ਗੁਰਬਾਣੀ ਦੀ ਪੋਥੀ, ਕਰਦਾ ਹੋਣਾ ਪਾਠ ਜਪਜੀ ਸਾਹਿਬ ਦਾ। ਸਿੰਘ ਉਡੀਕਦੇ ਰਹੇ ਵੀ ਲੈ ਵੀ ਪੋਥੀ ਛੱਡੇ ਤੇ ਇਹਨੂੰ ਫੇਰ ਮਾਰੀਏ, ਫੈਰ ਮਾਰੀਏ, ਬਰਸਟ ਮਾਰ ਕੇ ਮਾਰ ਦਈਏ। ਇੱਕ ਝਗੜਾ ਨਵੇੜੀਏ ਨੇ ਬਥੇਰੇ ਨੌਜਵਾਨਾਂ ਨੂੰ ਬੇਵਜ੍ਹਾ ਮਾਰਿਆ। ਜੋ ਕੁਝ ਉਦੋਂ ਹੋਇਆ ਉਹ ਤਾਂ ਬਹੁਤ ਅਕਹਿ ਅਤੇ ਅਸਹਿ ਸੀ, ਪਰ ਉਹ ਬਚ ਗਿਆ ਕਿਉਂਕਿ ਉਦੋਂ ਨੂੰ ਪੋਥੀ ਉਹਦੇ ਹੱਥ 'ਚ ਸੀ। ਸਿੰਘ ਦੀ ਕਿਸੇ ਦੀ ਹਿੰਮਤ ਨਹੀਂ ਪਈ, ਐਡਾ ਜ਼ੁਲਮੀ ਬੰਦਾ ਵੀ ਹੈ, ਉਹਨੂੰ ਵੀ ਮਾਰ ਦਈਏ ਕਿਉਂਕਿ ਉਹਦੇ ਹੱਥ 'ਚ ਪੋਥੀ ਹੈ। ਛੱਡ ਦਿੱਤਾ, ਔਰ ਬਾਅਦ ਵਿੱਚ ਵੀ ਉਹਨੇ ਕਾਫੀ ਨੁਕਸਾਨ ਕੀਤਾ ਬੰਦਿਆਂ ਨੂੰ। ਇਹ ਭਾਵਨਾ ਹੀ ਹੈ। ਉਹ ਜਦੋਂ ਸਿੰਘ ਨੇ ਥੱਪੜ ਮਾਰੇ ਤੇ ਆਖਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਗਈ ਗੱਲ ਕਿ ਮਹਾਰਾਜ ਮੈਂ ਬਾਣੀ ਪੜ੍ਹਦਾ ਸੀ ਤੇ ਬਾਣੀ ਪੜ੍ਹਦੇ ਨੇ ਮੇਰੇ ਚਪੇੜਾਂ ਮਾਰੀਆਂ ਨੇ, ਝਿੜਕਾਂ ਪਈਆਂ ਮੈਨੂੰ। ਜੇ ਬਾਣੀ ਪੜ੍ਹਦੇ ਨੂੰ ਝਿੜਕਾਂ ਪੈ ਰਹੀਆਂ ਨੇ ਇੱਥੇ ਹੀ, ਤੇ ਪ੍ਰਲੋਕ ਦੇ ਵਿੱਚ ਮੇਰਾ ਕੀ ਹਾਲ ਹੋਏਗਾ। ਇੱਦਾਂ ਉਹਨੇ ਗੱਲ ਕੀਤੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਕਹਿਣ ਲੱਗੇ ਭਾਈ ਸਿੱਖਾ, ਤੂੰ ਜਦ ਗਲਤ ਬਾਣੀ ਪੜ੍ਹਦਾ ਸੀ, ਗਲਤ ਬਾਣੀ ਪੜ੍ਹਨੀ, ਬਾਣੀ ਦਾ ਇੱਕ ਇੱਕ ਅੱਖਰ ਸਾਡਾ ਅੰਗ ਹੈ, ਸਰੀਰ ਦਾ ਹਿੱਸਾ ਹੈ। ਐਵੇਂ ਤਾਂ ਨਹੀਂ ਕਹਿੰਦੇ ਪ੍ਰਗਟ ਗੁਰਾਂ ਕੀ ਦੇ, ਕੋਈ ਗੱਲ ਤੇ ਹੈਗੀ ਹੈ ਨਾ। ਇੱਕ ਅੱਖਰ ਵੀ ਤੈਨੂੰ ਕਹਿ ਰਹੇ ਸੀ ਵੀ ਠੀਕ ਪੜ੍ਹ, ਸ਼ੁੱਧ ਪੜ੍ਹ, ਤੂੰ ਗਲਤ ਪੜ੍ਹ ਰਿਹਾ ਹੈ। ਤੇ ਇੱਕ ਅੱਖਰ ਵੀ ਗਲਤ ਪੜ੍ਹਨਾ ਜਿਹੜੀ ਉਹ ਸਾਡਾ ਅੰਗ ਤੋੜਨ ਵਾਲੀ ਗੱਲ ਹੈ। ਐਡਾ ਵੱਡਾ ਪਾਪ ਕਮਾ ਸਕਦਾ। ਉਹਨੇ ਹੱਥ ਜੋੜ ਲਏ, ਮਹਾਰਾਜ ਐਡੀ ਵੱਡੀ ਗੱਲ ਮੈਨੂੰ ਤਾਂ ਪਤਾ ਨਹੀਂ ਸੀ ਇਸ ਗੱਲ ਦਾ। ਫਿਰ ਉਹਨੇ ਆਖਿਆ, ਮਹਾਰਾਜ ਕਲਗੀਧਰ ਜੀ, ਸਤਿਗੁਰੂ ਦਸ਼ਮੇਸ਼ ਪਿਤਾ ਜੀ, ਕਿਰਪਾ ਕਰੋ। ਸੰਗਤ ਨੇ ਵੀ ਬੇਨਤੀ ਕੀਤੀ। ਇਸ ਗੱਲ ਦੀ ਤੇ ਸਾਨੂੰ ਇੰਨੀ ਗਹਿਰੀ ਸਮਝ ਨਹੀਂ ਸੀ, ਤੇ ਆਪ ਬਖਸ਼ਿਸ਼ ਕਰੋ ਗਰੀਬ ਨਵਾਜ਼, ਗੁਰਬਾਣੀ ਸਹੀ ਤਰੀਕੇ ਪੜ੍ਹੀ ਜਾਏ। ਇਸ ਲਈ ਕੋਈ ਸੰਥਿਆ ਦਾ ਉਪਰਾਲਾ, ਗੁਰਬਾਣੀ ਦੇ ਅਰਥਾਂ ਦਾ ਉਪਰਾਲਾ। ਕਿਉਂ ਮਹਾਰਾਜ ਕਹਿੰਦੇ ਗਲਤ ਪੜ੍ਹ ਰਹੇ ਸੀ ਤੇ ਅਰਥ ਵੀ ਗਲਤ ਹੋ ਰਹੇ ਸਨ। ਕਹਿੰਦੇ ਜੀ ਕਿਵੇਂ? ਕਹਿੰਦੇ ਬਾਣੀ ਪੜ੍ਹ ਰਿਹਾ ਸੀ, ਕਰਤੇ ਕੀ ਮਿੱਤ ਕਰਤਾ ਜਾਣਾ। ਕਰਤੇ ਪੁਰਖ ਵਾਹਿਗੁਰੂ ਦੀ ਮਰਿਆਦਾ ਕਰਤਾ ਪੁਰਖ ਤੇ ਜਾਣਦਾ ਹੀ ਜਾਣਦਾ ਹੈ। ਅਗਲੀ ਪੰਕਤੀ 'ਚ ਹੈ ਕਹਿ ਜਾਣਾ ਗੁਰਸੂਰਾ। ਕਹਿ ਦਾ ਅਰਥ ਹੈ ਜਾਂ। ਇੱਧਰ ਹਰਿਆਣੇ ਵਿੱਚ ਵੀ ਇਹ ਬੋਲਦੇ ਆ ਵੀ ਕਹਿ ਮੈਂ ਗਿਆ, ਕਹਿ ਮੇਰਾ ਭਾਈ ਗਿਆ, ਇਉਂ ਬੋਲਦੇ ਆ ਵੀ ਜਾਂ ਮੈਂ ਗਿਆ ਸੀ, ਜਾਂ ਮੈਂ ਜਾਊਂਗਾ, ਕਹਿ ਮੈਂ ਜਾਊਂ, ਕਹਿ ਮੇਰਾ ਭਾਈ ਜਾਏਗਾ। ਇੱਦਾਂ ਬੋਲਦੇ ਆ, ਮੈਂ ਜਾਊਂਗਾ ਜਾਂ ਮੇਰਾ ਭਰਾ ਜਾਏਗਾ। ਇਹ ਉੱਧਰ ਦੀ ਭਾਸ਼ਾ ਹੈ।
ਵੀ ਜਾਂ ਮੈਂ, ਕਹਿੰਦੇ ਕਰਤੇ ਪੁਰਖ ਦੀ ਮਰਿਆਦਾ ਜਾਂ ਤੇ ਮੈਂ ਹੀ ਜਾਣਦਾ, ਪਰਮਾਤਮਾ ਹੀ ਜਾਣਦਾ, ਜਾਂ ਫਿਰ ਕਹਿ ਜਾਣਾ ਗੁਰਸੂਰਾ, ਜਾਂ ਫਿਰ ਗੁਰੂ ਜਾਣਦਾ। ਜੇ ਕਹਿ ਦਿੱਤਾ ਕੇ ਜਾਣਾ ਗੁਰਸੂਰਾ, ਫਿਰ ਉਹਦਾ ਅਰਥ ਬਣ ਗਿਆ ਵਾਹਿਗੁਰੂ ਤੇ ਜਾਣਦਾ। ਗੁਰੂ ਨੂੰ ਕੀ ਪਤਾ ਉਹਦੀ ਮਰਿਆਦਾ ਬਾਰੇ? ਫਿਰ ਤੇ ਜੇ ਗੁਰੂ ਨੂੰ ਇਹ ਨਹੀਂ ਪਤਾ, ਫਿਰ ਸਿੱਖ ਨੂੰ ਗੁਰੂ ਕਿੱਥੇ ਸਮਝਾਏਗਾ? ਜੇ ਗੁਰੂ ਨੂੰ, ਪੂਰਨ ਗੁਰੂ ਨੂੰ ਉਹ ਪਰਮਾਤਮਾ ਦੀ ਮਰਿਆਦਾ ਦੀ ਸਮਝ ਨਹੀਂ, ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਏ, ਕਹਿ ਜਾਣੈ ਆਪਨ ਧਨੀ, ਕਹਿ ਦਾਸ ਦੀਵਾਨੀ ਹੋਏ। ਇਹ ਜਿਹੜੀ ਉਹਦੀ ਪਰਮੇਸ਼ਰ ਨੇ ਸਿਰਜੀ ਸ੍ਰਿਸ਼ਟੀ, ਇਹਦੀ ਜਾਂ ਤੇ ਆਪ ਉਹਨੂੰ ਪਤਾ, ਜਾਂ ਉਹਦਾ ਹਜ਼ੂਰੀ ਦਾਸ, ਉਹਦਾ ਸੇਵਕ, ਉਹਨੂੰ ਪਤਾ, ਅੱਗੇ ਉਹ ਸਮਝਾ ਸਕਦਾ। ਜਦੋਂ ਇਹ ਗੱਲ ਆਖੀ ਤੇ ਸਿੱਖਾਂ ਨੇ ਬੇਨਤੀ ਕੀਤੀ, ਸਰਕਾਰ ਹਜ਼ੂਰ ਪਾਤਸ਼ਾਹ, ਫਿਰ ਇਹ ਆਪ ਜੀ ਕਿਰਪਾ ਕਰਕੇ ਸਮਾਂ ਕੱਢ ਕੇ ਸਾਨੂੰ ਇਹ ਸਮਝਾਓ। ਫਿਰ ਮਹਾਰਾਜ ਨੇ ਵਚਨ ਕੀਤਾ, ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਜਾਵਾਂਗੇ, ਫਿਰ ਤੁਹਾਨੂੰ ਸਹੀ ਤਰੀਕੇ ਬਾਣੀ ਪੜ੍ਹਨਾ ਅਤੇ ਉਹਦੇ ਅਰਥ ਸਮਝਾਵਾਂਗੇ। ਫਿਰ ਉਹ ਅੱਗੇ ਹੋਇਆ। ਦਮਦਮਾ ਸਾਹਿਬ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਦਮਦਮੇ ਪਹੁੰਚੇ, ਉੱਥੇ ਜਾ ਕੇ ਕਮਰ ਕਸਾ ਖੋਲ੍ਹਿਆ। ਕੁਝ ਸਮਾਂ ਰੁਕੇ, ਸੰਗਤ ਨੇ ਫਿਰ ਬੇਨਤੀ ਕੀਤੀ, ਆਪ ਜੀ ਨੇ ਹੁਣ ਕਮਰ ਕਸਾ ਖੋਲ੍ਹ ਦਿੱਤਾ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਆਪ ਜੀ, ਹੁਣ ਬਾਣੀ ਦੇ ਅਰਥ ਸਾਨੂੰ ਸਮਝਾਓ। ਉਸ ਵੇਲੇ ਫਿਰ ਉਦੋਂ ਹੀ ਇਹ ਘਟਨਾ ਘਟੀ ਸੀ। ਮਹਾਰਾਜ ਨੇ ਆਖਿਆ, ਚੰਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਓ। ਧੀਰ ਮੱਲੀਆਂ ਦੇ ਕੋਲ ਸੀ, ਉੱਥੇ ਗਏ। ਕਰਤਾਰਪੁਰ ਸਾਹਿਬ, ਉਹਨਾਂ ਨੇ ਸਿੱਧਾ ਹੀ ਜਵਾਬ ਦੇ ਦਿੱਤਾ, ਕਹਿੰਦੇ ਜੀ ਇਹ ਤਾਂ ਸਾਨੂੰ ਵੱਡੇ ਗੁਰੂ ਸਾਹਿਬਾਨਾਂ ਨੇ ਦੇ ਵੱਲੋਂ ਮਿਲੀ ਹੋਈ ਦਾਤ ਹੈ। ਇਹ 6ਵੇਂ ਪਾਤਸ਼ਾਹ ਜੀ ਨੇ ਵੀ ਇਹ ਸਰੂਪ ਧੀਰਮੱਲ ਜੀ ਬਾਬੇ ਕੋਲ ਰਹਿਣ ਦਿੱਤਾ। 9ਵੇਂ ਪਾਤਸ਼ਾਹ ਨੇ ਤਾਂ ਦੁਬਾਰਾ ਮੜਵਾ ਦਿੱਤਾ ਸੀ। ਕੱਲ੍ਹ ਮੈਂ ਦੱਸਿਆ ਸੀ ਨਾ, ਮੱਖਣ ਸ਼ਾਹ ਲੁਬਾਣੇ ਨੇ ਜਦੋਂ ਧੀਰਮੱਲ ਨੇ ਗੁਰੂ ਜੀ 'ਤੇ ਗੋਲੀ ਚਲਵਾਈ ਸੀ, ਫਿਰ ਬਾਬੇ ਮੱਖਣ ਸ਼ਾਹ ਨੇ ਜਦੋਂ ਡੇਰਾ ਲੁੱਟ ਕੇ ਲੈ ਗਿਆ ਸੀ, ਫਿਰ ਬਾਬਾ ਮੱਖਣ ਸ਼ਾਹ ਉਹਦਾ ਸਾਰਾ ਡੇਰਾ ਚੁੱਕ ਲਿਆ ਸੀ, ਜੋ ਕੁਝ ਵੀ ਲੈ ਗਿਆ ਸੀ। ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀ, ਉਹ ਵੀ ਲਿਆਂਦਾ ਸੀ ਉਹਨੇ। ਪਰ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਪਤਾ ਲੱਗਾ, ਮਹਾਰਾਜ ਕਹਿੰਦੇ ਨਹੀਂ, ਉਹਨੂੰ ਮਿਲੀ ਹੋਈ ਦਾਤ ਹੈ, ਉਹਦੇ ਕੋਲ ਹੀ ਰਹਿਣ ਦਿਓ। ਗੁਰੂ ਜੀ ਨੇ ਉਹ ਸਰੂਪ ਨਹੀਂ ਸੀ ਰੱਖਿਆ, ਉਹਨੂੰ ਦੇ ਦਿੱਤਾ ਸੀ। ਉਹ ਸਰੂਪ ਸੀ ਜਿਹੜਾ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ, ਜਿਹਦਾ ਪਹਿਲਾ ਪ੍ਰਕਾਸ਼ ਆਪਾਂ ਮਨਾਉਂਦੇ ਹੁੰਦੇ ਹਾਂ। ਪਿੱਛੇ ਮੈਂ ਉਹਦੀ ਵੀ ਤੁਹਾਨੂੰ ਪੂਰੀ ਡਿਟੇਲ ਨਾਲ ਸੁਣਾਈ ਸੀ ਸਾਖੀ। ਉਹਨੇ ਆਖਿਆ ਜੀ ਉਹ ਤੇ ਸਾਡੇ ਕੋਲ ਪਹਿਲਾਂ ਤੋਂ ਹੈ, ਇੱਕ ਗੱਲ। ਦੂਜਾ, ਨਾਲੇ ਤੇ ਉਹਨੇ ਚਲਾਕੀ ਕੀਤੀ, ਨਾਲੇ ਆਪਣੀ ਜਾਨ 'ਚ ਸ਼ਰਧਾ ਦਿਖਾਈ। ਕਹਿੰਦਾ ਗੁਰੂ ਗੋਬਿੰਦ ਸਿੰਘ ਪੂਰੇ ਗੁਰੂ ਨੇ, ਫਰਕ ਤੇ ਕੋਈ ਹੈ ਨਹੀਂ। ਜੇ ਪੂਰੇ ਨੇ, ਹੁਣ ਕਟਾਕਸ਼ ਕਰਤੀ ਤੇ ਆਪਣੇ ਮੁੱਖੋਂ ਹੀ ਬਾਣੀ ਉਚਾਰ ਲੈਣ ਸਾਰੀ। ਫਿਰ ਗੁਰੂ ਕਲਗੀਧਰ ਮਹਾਰਾਜ ਨੇ ਦਮਦਮੇ ਸਾਹਿਬ ਵਾਲੀ ਥਾਂ ਤੇ ਫਿਰ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਮਦਮੇ ਸਾਹਿਬ ਕੰਠੋਂ ਉਚਾਰਨ ਕੀਤੀ, ਜਪਜੀ ਸਾਹਿਬ ਤੋਂ ਲੈ ਕੇ। ਫਿਰ ਉਹਦੇ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਆਪ ਜੀ ਨੇ ਦਰਜ ਕਰਵਾਈ, ਔਰ ਮੁਕੰਮਲ ਬਾਣੀ ਮੁੰਦਾਵਣੀ ਮਹੱਲਾ ਪੰਜਵਾ, ਥਾਲ ਵਿੱਚ 3 ਵਸਤੂ ਪਈਓ। ਉਸੇ ਤਰੀਕੇ ਰਾਗ ਇੱਕ ਸੰਗ ਪੰਚ ਬਰੰਗਨ, ਸੰਗ ਅਲਾਪੈ ਅਠੋ ਨੰਦਨ, ਪ੍ਰਥਮ ਰਾਗ ਭੈਰੋ ਵੈ ਕਰਹੀ, ਸੰਗ ਰਾਗਨੀ ਪੰਜ ਚੂਚਰਹੀ। ਇਹ ਸਾਰੀ ਦੀ ਸਾਰੀ 18, 10, 20 ਤੱਕ ਲਿਖਵਾ ਕੇ ਤੇ ਫਿਰ ਉਹਦੇ ਅਰਥ ਕਰਵਾਏ। ਉੱਥੇ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ, ਪ੍ਰਗਟ ਹੈ ਹਮਾਰੀ ਕਾਸ਼ੀ, ਪੜ੍ਹ ਹੈ ਇਹਾਂ ਢੋਰ ਮਤ ਰਾਸ਼ੀ। ਕਹਿੰਦੇ ਦਮਦਮੇ ਸਾਹਿਬ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਨੂੰ ਅੱਗੇ ਸੇਵਾ ਲਈ ਬਾਣੀ ਪੜ੍ਹਨ ਪੜ੍ਹਾਉਣ ਦੀ, ਤੇ ਆਖਿਆ ਜਿਵੇਂ ਹਿੰਦੂ ਲੋਕਾਂ ਦੇ ਬਨਾਰਸ ਅਤੇ ਕਾਸ਼ੀ ਮਸ਼ਹੂਰ ਹੈ, ਲੋਕ ਉੱਥੇ ਜਾ ਕੇ ਪੰਡਿਤ ਬਣਦੇ, ਵਿਦਵਾਨ ਬਣਦੇ, ਪੜ੍ਹਦੇ, ਇੱਦਾਂ ਹੀ ਇਹ ਵੀ ਸਾਡੀ ਕਾਸ਼ੀ ਹੈ। ਇੱਥੇ ਆ ਕੇ ਮੂੜ ਮੱਤ ਵਾਲੇ ਬੰਦੇ ਵੀ ਵਿਦਵਾਨ ਬਣ ਜਾਂਦੇ। ਹੁਣ ਇਹ ਐਡੀ ਸਾਖੀ ਦੇ ਪਿੱਛੇ ਕੀ ਭਾਵ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਲਾਂ, ਦੁਲਾਂ ਦੀ ਜਗ੍ਹਾ ਲਾ ਦੇਣ ਕਰਕੇ ਇਹ ਸਭ ਕੁਝ ਕੀਤਾ ਕਿ ਗੁਰੂ ਕਾ ਸਿੱਖ ਬਾਣੀ ਸ਼ੁੱਧ ਪੜ੍ਹੇ, ਗਲਤ ਬਾਣੀ ਨਹੀਂ ਪੜ੍ਹਨੀ। ਦੂਜਾ ਕਾਰਨ, ਪਹਿਲਾ ਇਹ ਦੱਸ ਦਿੱਤਾ ਤੁਹਾਨੂੰ ਵੀ ਜੋ ਲਿਖਿਆ ਉਹ ਉੱਦਾਂ ਹੀ ਪੜ੍ਹਨਾ ਚਾਹੀਦਾ, ਪਹਿਲਾ। ਦੂਜਾ ਇਹ ਕਿ ਅਰਥ ਬਦਲ ਜਾਂਦੇ ਗੁਰਬਾਣੀ ਦੇ। ਤੀਜਾ ਇੱਕ ਹੋਰ ਭਾਵ ਹੈ,
ਉਹ ਬਹੁਤ ਡੂੰਘਾ ਪਾਪ ਹੈ। ਉਹ ਆਮ ਬੰਦਿਆਂ ਨੂੰ ਇਸ ਗੱਲ ਨਾਲ ਕੋਈ ਬਹੁਤਾ ਲੈਣ ਦੇਣ ਨਹੀਂ, ਪਤਾ ਨਹੀਂ ਲੱਗਦਾ। ਕਈ ਬੰਦੇ ਇਦਾਂ ਕਰਦੇ ਵੀ ਅਰਥ ਬਹੁਤ ਹੀ ਜ਼ਿਆਦਾ ਸਮਝ ਆਉਣ। ਜੇ ਇਕੱਲੀ ਅਰਥਾਂ ਦੀ ਗੱਲ ਕਰੀਏ ਵੀ ਅਰਥੇ ਜ਼ਿਆਦਾ ਸਮਝ ਆਉਣ ਤੇ ਫਿਰ ਆਪਣੇ ਵੱਲੋਂ ਹੀ ਗੱਲਾਂ ਨੂੰ ਜਿਹੜੀ ਅੱਖਰ ਵਧਾ ਕੇ, ਬਿੰਦੀਆਂ ਵਧਾ ਕੇ ਘਟਾ ਕੇ ਆਪਣੇ ਵੱਲੋਂ ਹੀ ਲਾਉਣ ਲੱਗ ਜਾਂਦੇ। ਜਿਵੇਂ ਫਰਜ਼ ਕਰੋ, ਦੇਦਾ ਦੇ ਲੈਂਦੇ ਥੱਕ ਪਾਹੇ, ਆਮ ਪੜ੍ਹਿਆ ਜਾਂਦਾ ਦੇਦਾ ਦੇ ਲੈਂਦੇ ਥੱਕ ਪਾਹੇ। ਪਰ ਅੱਜ ਕੱਲ੍ਹ ਸਾਡੇ ਵਿੱਚ ਕੀ ਹੋ ਗਿਆ, ਸਾਡੇ ਬੰਦੇ ਕਹਿੰਦੇ ਦੇਦਾ ਕੀ ਹੋਇਆ, ਇਹਨੂੰ ਕਹੋ ਦੇਂਦਾ ਦੇ ਲੈਂਦੇ ਥੱਕ ਪਾਹੇ। ਹੁਣ ਬਿੰਦੀਆਂ ਲਾਤੀਆਂ ਨੇ, ਅਰਥ ਤੇ ਬਿਲਕੁਲ ਸਹੀ ਹੋ ਗਿਆ। ਠੀਕ ਹੈ, ਗੱਲ ਤੇ ਕਹਿਣੀ ਤੇ ਇਹੀ ਚਾਹੁੰਦੇ ਆ ਵੀ ਦੇਣ ਵਾਲਾ ਦਾਤਾ ਦੇਈ ਜਾਂਦਾ ਤੇ ਲੈਣ ਵਾਲੇ ਬੰਦੇ ਲੈਂਦੇ ਲੈਂਦੇ ਥੱਕ ਗਏ। ਠੀਕ ਲੱਗਦਾ ਅਰਥ ਤੇ, ਪਰ ਅਰਥਾਂ ਤੋਂ ਵੀ ਅੱਗੇ ਕੋਈ ਚੀਜ਼ ਹੈ। ਤੁਸੀਂ ਆਖੋਗੇ ਜੀ ਅਰਥਾਂ ਤੋਂ ਅੱਗੇ ਕਿਹੜੀ ਚੀਜ਼ ਹੋਈ, ਹੈਗੀ ਚੀਜ਼, ਉਹ ਹੈ ਸ਼ਬਦ ਦੀ ਤਸੀਰ, ਤਾਕਤ। ਸ਼ਬਦ ਦੀ ਇੱਕ ਆਪਣੀ ਤਾਕਤ ਹੁੰਦੀ ਹੈ, ਜਿੱਥੇ ਜਾ ਕੇ ਅਰਥ ਦੀ ਵੀ ਲੋੜ ਨਹੀਂ ਪੈਂਦੀ। ਅਰਥ ਤੋਂ ਬਿਨਾਂ ਵੀ ਸ਼ਬਦ ਦੀ ਆਪਣੀ ਇੱਕ ਕਲਾ ਹੈ, ਇੱਕ ਆਪਣੀ ਤਾਕਤ ਹੈ। ਉਦਾਹਰਨ ਤੁਹਾਨੂੰ ਦੇਵਾਂ, ਕਿਉਂਕਿ ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਤੁਹਾਨੂੰ ਇਹ ਉਦਾਹਰਨ ਬਿਨਾਂ ਗੱਲ ਜਚਣੀ ਨਹੀਂ। ਤੁਹਾਨੂੰ ਇੱਥੇ ਤੱਕ ਇਹ ਸਮਝਾਇਆ ਵੀ ਅਰਥ ਬਸ ਸਮਝ ਆਉਣੇ ਚਾਹੀਦੇ ਨਹੀਂ। ਫਰਜ਼ ਕਰੋ ਸ਼ਬਦ ਦੀ ਤਾਕਤ। ਇੱਕ ਢੋਲ ਵੱਜਦਾ ਹੈ, ਢੋਲ ਵੱਜਦਾ ਹੈ, ਡੰਗ 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 ਕਰਦਾ ਹੈ ਤੇ ਲੋਕੀ ਨੱਚਦੇ ਆ, ਉਹਦੇ ਆਲੇ ਦੁਆਲੇ ਘੂਕੀਆਂ ਬੰਨ੍ਹਦੇ ਆ। ਜਦ ਢੋਲ ਵੱਜਦਾ, ਕੀ ਢੋਲ ਦੇ ਡੰਗ ਡੰਗ ਦੇ ਕੋਈ ਅਰਥ ਹੁੰਦੇ ਆ? ਤੁਹਾਡੇ ਦਿਮਾਗ 'ਚ ਕੋਈ ਅਰਥ ਚੱਲਦੇ ਹੁੰਦੇ? ਵਿਆਖਿਆ ਕਰ ਰਿਹਾ ਢੋਲ ਵਾਲਾ ਕਿਤੇ? ਕੋਈ ਵਿਆਖਿਆ ਨਹੀਂ ਕਰ ਰਿਹਾ। ਉਹ ਸ਼ਬਦ ਦੀ ਇੱਕ ਆਪਣੀ ਤਸੀਰ ਹੈ, ਚੋਟ ਹੈ, ਉਹ ਤੁਹਾਡੇ ਉੱਤੇ, ਤੁਹਾਡੇ ਸਰੀਰ ਉੱਤੇ ਆਪਣਾ ਅਸਰ ਛੱਡ ਰਿਹਾ। ਕੋਈ ਬੰਦਾ ਕਿਤੇ ਸਾਜ਼ ਵਜਾ ਰਿਹਾ ਹੈ, ਬਾਂਸਰੀ ਵਜਾ ਰਿਹਾ। ਇੱਕ ਬਾਂਸਰੀ ਵਾਲੇ ਬਾਰੇ ਮੈਂ ਸੁਣਿਆ ਸੀ ਕਿ ਉਹ ਬੰਦਾ ਪਟਿਆਲੇ ਵਿੱਚ ਹੈ। ਉਹ ਜਦ ਕਿਤੇ ਬਾਂਸਰੀ ਵਜਾਉਂਦਾ, ਵਾਹਿਗੁਰੂ ਨੇ ਉਹਦੇ ਪੋਟਿਆਂ 'ਚ ਇਹ ਸਮਰੱਥਾ ਰੱਖੀ ਹੈ ਬੰਦੇ ਦੇ, ਜਦੋਂ ਕਿਤੇ ਉਹ ਬਾਂਸਰੀ 'ਚ ਫੂਕ ਮਾਰਦਾ ਤੇ ਆਪਣੇ ਪੋਟਿਆਂ ਦੇ ਨਾਲ ਬਾਂਸਰੀ ਦੇ ਉਤਲੇ ਸੁਰਾਖਾਂ ਨੂੰ ਛੂੰਹਦਾ ਹੈ, ਚੰਗਾ ਭਲਾ ਬੰਦਾ ਵੀ ਰੋਣ ਲੱਗ ਜਾਏ। ਇੰਨੀ ਉਹਦੀ ਦਰਦ ਹੈ, ਇੰਨਾ ਬੈਰਾਗ ਹੈ ਉਸ ਬੰਦੇ ਦੇ ਅੰਦਰ। ਚੰਗੇ ਭਲੇ ਬੰਦੇ ਨੂੰ ਜਾਣੀ ਹੰਝੂ ਛੁਡਾ ਦੇਵੇ ਉਹ ਬੰਦਾ, ਤੇ ਇੱਦਾਂ ਦਾ ਉਹ ਬੰਦਾ ਬਾਂਸਰੀ ਵਜਾਉਂਦਾ। ਤੁਹਾਡੇ ਤੇ ਵੀ ਅਸਰ ਹੁੰਦਾ ਹੋਣਾ ਸੰਗੀਤ ਦਾ, ਗੀਤ ਦਾ। ਤੁਸੀਂ ਮੈਨੂੰ ਦੱਸੋ ਵੀ ਇੱਕ ਬਾਂਸਰੀ ਵਜਾਉਣ ਵਾਲਾ ਬੰਦਾ ਕਿਹੜਾ ਕੋਈ ਵਿਆਖਿਆ ਕਰ ਰਿਹਾ ਹੁੰਦਾ? ਕੋਈ ਅਰਥ ਥੋੜ੍ਹਾ ਕਰਦਾ। ਉਹ ਬਾਂਸਰੀ 'ਚ ਕੋਈ ਅਰਥ ਨਹੀਂ ਕਰ ਰਿਹਾ, ਵਿਆਖਿਆ ਅਰਥ ਨਹੀਂ ਦੱਸ ਰਿਹਾ ਕੋਈ, ਸਿਰਫ ਉਹ ਸ਼ਬਦ ਚੱਲ ਰਿਹਾ। ਸ਼ਬਦ ਦੀ ਜਿਹੜੀ ਤਸੀਰ ਹੈ, ਸ਼ਬਦ ਦੀ ਜਿਹੜੀ ਚਾਲ ਹੈ, ਉਹ ਤੁਹਾਡੇ ਜਿਹੜੇ ਅੰਦਰ ਬਹੁਤ ਡੂੰਘੇ ਦੇ ਵਿੱਚ ਜਿਹੜੇ ਤੁਹਾਡੇ ਕਹਿ ਲਓ ਕਿ ਭਾਵਨਾਵਾਂ ਨੇ, ਤੁਹਾਡੀਆਂ ਭਾਵਨਾਵਾਂ ਦੇ ਉੱਤੇ ਕੰਮ ਕਰ ਰਿਹਾ। ਤੁਹਾਡੇ ਅੰਦਰ ਕਿਤੇ ਚੀਜ਼ ਨੂੰ ਹਿਲਾ ਰਿਹਾ, ਚਲਾ ਰਿਹਾ। ਤੁਹਾਡੇ ਅੰਦਰ ਉਹ ਚੀਜ਼ ਪ੍ਰਗਟ ਹੋ ਰਹੀ ਹੈ, ਦੁੱਖ, ਅਹਿਸਾਸ। ਜਾਂ ਕੋਈ ਬੀਨ ਵਜਾ ਰਿਹਾ, ਜੋਗੀ ਬੀਨ ਵਜਾ ਰਿਹਾ। ਹੁਣ ਬੀਨ ਵੱਜਦੀ, ਸੱਪ ਉਹ ਤੇ ਮਿਲ ਹੀ ਜਾਂਦਾ। ਇਹ ਵਿਸ਼ਾ ਨਹੀਂ ਵੀ ਸੱਪ ਨੂੰ ਸੁਣਦਾ ਹੈ ਕਿ ਉਹਦੇ ਕੰਨ ਨਹੀਂ ਹੁੰਦੇ, ਪੁਰਾਣੀਆਂ ਗੱਲਾਂ ਹੋ ਗਈਆਂ। ਇਹ ਮਤਲਬ ਨਿੱਕੇ ਨਿੱਕੇ ਨਿਆਣੇ ਨੂੰ ਵੀ ਪਤਾ ਵੀ ਉਹਦੇ ਜੇ ਸਾਡੇ ਵਰਗੇ ਬੰਦੇ ਕਹਿੰਦੇ ਬੀਨ ਸੁਣਦਾ, ਪਰ ਬੰਦੇ ਕਹਿੰਦੇ ਕੰਨ ਨਹੀਂ ਹੁੰਦੇ ਉਹਦੇ। ਪਰ ਉਹ ਸੁਣਦਾ ਹੈ ਕਿਸ ਰਾਹੀਂ? ਆਪਣੀ ਚਮੜੀ ਰਾਹੀਂ ਸੁਣਦਾ। ਜਦੋਂ ਬੀਨ ਦੀ ਆਵਾਜ਼ ਧਰਤੀ ਨੂੰ ਟਕਰਾਉਂਦੀ ਹੈ, ਧਰਤੀ ਦੀ ਥਰਥਰਾਹਟ ਦੇ ਨਾਲ ਸ਼ਬਦ ਦੇ ਵਿੱਚ ਇੱਕ ਚੀਜ਼ ਪੈਦਾ ਹੁੰਦੀ ਧਰਤੀ ਦੇ ਵਿੱਚ। ਉਹਦੇ ਰਾਹੀਂ ਉਹਦੇ ਸਰੀਰ ਦੀ ਜਿਹੜੇ ਮਾਸਪੇਸ਼ੀਆਂ ਨੇ, ਸਾਰੀਆਂ ਦੀਆਂ ਸਾਰੀਆਂ ਥਰਥਰਾਉਂਦੀਆਂ ਨੇ। ਸੱਪ ਮੇਲ ਰਿਹਾ। ਇਹ ਤਿੰਨ ਉਦਾਹਰਨਾਂ ਤੁਹਾਨੂੰ ਤਾਂ ਦਿੱਤੀਆਂ, ਹੋਰ ਬੜੀਆਂ ਨੇ। ਉਸ ਬੀਨ ਦੇ ਵਿੱਚ ਕੋਈ ਅਰਥ ਨਹੀਂ ਹੁੰਦੇ, ਉਹਦੇ 'ਚ ਇਹ ਅਰਥ ਨਹੀਂ ਹੁੰਦਾ ਵੀ ਲੈ ਵੀ ਸੱਪਾ ਹੁਣ ਮੇਲੀ ਜਾ, ਲੈ ਵੀ ਸੱਪਾ ਹੁਣ ਮੇਲੀ ਜਾ। ਇਹ ਅਰਥ ਨਹੀਂ ਹੁੰਦਾ।
ਅਰਥਾਂ ਤੋਂ ਅੱਗੇ ਜਿਹੜੀ ਚੀਜ਼ ਹੈ ਭਾਵਾਂ ਦੇ ਉੱਤੇ ਕੰਮ ਕਰਦੀ, ਉਹ ਪਈ ਹੈ ਸ਼ਬਦ ਦੇ ਵਿੱਚ। ਪਹਿਲਾ ਬਾਣੀ ਦਾ ਉਚਾਰਨ ਠੀਕ ਹੋਣਾ ਚਾਹੀਦਾ ਹੈ, ਵਿਆਕਰਨਿਕ ਤਰੀਕਾ। ਦੂਜਾ ਸ਼ੁੱਧ ਪੜ੍ਹਨ ਦਾ ਕਾਰਨ ਹੈ ਬਾਣੀ ਦੇ ਅਰਥ ਸਹੀ ਹੋਣੇ। ਤੀਜਾ, ਜਦੋਂ ਸ਼ਬਦ ਚੱਲਦਾ ਹੈ ਨਾ, ਸ਼ਬਦ ਚੱਲਦਾ ਹੈ ਜਿਵੇਂ ਬੰਦੂਕ ਚੱਲਦੀ ਹੈ, ਜਿਵੇਂ ਗੋਲੀ ਚੱਲਦੀ ਹੈ, ਵੱਜਦਾ ਹੈ ਜਾ ਕੇ ਸ਼ਬਦ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਮਾਰਿਆ ਬਾਣ ਕਹਿੰਦੇ। ਜਦੋਂ ਤੁਸੀਂ ਬਾਣੀ ਨੂੰ ਆਪਣੇ ਤਰੀਕੇ ਪੜ੍ਹਦੇ ਹੋ, ਸਹੀ ਤਰੀਕੇ ਨਹੀਂ ਪੜ੍ਹਦੇ, ਤੇ ਉਹ ਚੱਲਦਾ ਨਹੀਂ ਸ਼ਬਦ ਫਿਰ ਉੱਥੇ ਜਾ ਕੇ। ਉਦਾਹਰਨ ਦੇ ਤੌਰ ਤੇ ਤੁਸੀਂ ਆਪਣੇ ਹੁਣ ਬੈਠੇ ਬੈਠੇ ਪ੍ਰੈਕਟਿਸ ਕਰਕੇ ਦੇਖਿਓ। ਮੈਂ ਪੜ੍ਹੀ ਪੰਗਤੀ ਦੇਦਾ ਦੇ ਲੈਦੇ ਥੱਕ ਪਾਏ, ਦੇਦਾ ਦੇ ਲੈਦੇ ਥੱਕ ਪਾਏ। ਬਿੰਦੀ ਹੈ ਨਹੀਂ, ਪਰ ਮੈਂ ਬਿੰਦੀ ਤੋਂ ਰਹਿ ਤੇ ਪੜ੍ਹ ਦਿੱਤੀ ਵੀ ਦੇਦਾ ਦੇ ਲੈਦੇ ਥੱਕ ਪਾਏ ਆ। ਹੁਣ ਕੀ ਹੋਇਆ ਇਹਦੇ 'ਚ? ਹੁਣ ਦੋ ਕਾਰਨ ਬਣ ਗਏ। ਇੱਕ ਤੇ ਇਹ ਕਾਰਨ ਹੈ ਵੀ ਭਾਸ਼ਾ ਇਲਾਕਾਈ, ਹਰੇਕ ਇਲਾਕੇ ਵਿੱਚ ਥੋੜਾ ਏਰੀਆ ਬਦਲਣ ਤੋਂ ਬਾਅਦ ਭਾਸ਼ਾ ਬੋਲਣ ਦਾ ਤਰੀਕਾ ਬਦਲ ਜਾਂਦਾ ਹੈ। ਪੰਜਾਬੀ ਬਾਰੇ ਵੀ ਜਿਹੜੇ ਥੋੜਾ ਬਹੁਤਾ ਸਮਝਦੇ ਆ, ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਥੋੜੇ ਜਿਹੇ ਸਮੇਂ ਬਾਅਦ ਕਈ ਇਲਾਕਿਆਂ ਵਿੱਚ ਬਿੰਦੀ ਦੇ ਸਹਿਤ ਬੋਲਦੇ ਆ, ਕਈ ਇਲਾਕੇ ਇੱਦਾਂ ਦੇ ਉਹ ਬਿੰਦੀ ਲਾਉਂਦੇ ਹੀ ਨਹੀਂ, ਉਹ ਤੈਨੂੰ ਮੈਨੂੰ ਇੱਦਾਂ ਬੋਲਦੇ ਆ। ਜਿਹੜੀ ਨਾਸਕੀ ਅੱਖਰ ਉੱਥੇ ਹੈ ਵਰਤੇ ਨਹੀਂ ਜਾਂਦੇ ਜਾਂ ਬੋਲੇ ਨਹੀਂ ਜਾਂਦੇ। ਤੇ ਹੋ ਸਕਦਾ ਗੁਰੂ ਨਾਨਕ ਸਾਹਿਬ ਜੀ ਨੇ ਇਹ ਪੰਗਤੀ ਜਾਂ ਇਹ ਭਾਵ ਉਸ ਤਰੀਕੇ ਦੇ ਰੱਖੇ ਹੋਣ, ਉਸ ਇਲਾਕੇ 'ਚ ਬੋਲੇ ਗਏ ਹੋਣ। ਤੇ ਤੁਹਾਨੂੰ ਕੀ ਅਧਿਕਾਰ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਚੀਜ਼ ਜਿਵੇਂ ਲਿਖੀ ਉਹਨੂੰ ਬਦਲ ਦਿਓ। ਦੂਜਾ, ਆਪਾਂ ਜਿਸ ਚੀਜ਼ ਤੇ ਗੱਲ ਕਰ ਰਹੇ, ਜਿਵੇਂ ਫਰਜ਼ ਕਰੋ ਦੇਦਾ ਪੜ੍ਹਿਆ, ਦੇਦਾ ਤੇ ਦਿੰਦਾ। ਜਦੋਂ ਆਪਾਂ ਦਿੰਦਾ ਕਹਿੰਦੇ ਆ ਨਾ, ਦਿੰਦਾ ਹਵਾ ਜਿਹੜੀ ਧੁੰਨੀ ਚੋਂ ਸਾਡੇ ਸ਼ੁਰੂ ਹੋਈ, ਦਿੰਦਾ ਹਵਾ, ਪ੍ਰਾਣ ਸਾਡੇ ਚੱਲਦੇ। ਜਦੋਂ ਪ੍ਰਾਣ ਸਾਡੇ ਚੱਲਦੇ ਅੱਗੇ ਆਉਂਦੇ ਗਲੇ ਵਿੱਚ ਦੀ ਲੰਘਦੇ ਹੋਏ, ਤਾਲੂਏ ਵਿੱਚ ਦੀ ਲੰਘਦੇ ਹੋਏ, ਦਿੰਦਾ ਕਹਿਣ ਲੱਗਿਆ ਜਿਹੜੀ ਹਵਾ ਸਾਡੀ ਨੱਕ ਵਿੱਚ ਦੀ ਨਿਕਲ ਗਈ ਸਾਰੀ। ਦਿੰਦਾ ਸਾਡੇ ਸਰੀਰ ਦੇ ਵਿੱਚ ਵੱਖੋ ਵੱਖਰੀ ਥਾਂ ਤੇ ਵੱਖੋ ਵੱਖਰੇ ਪੁਆਇੰਟ ਨੇ। ਜਿਹੜੇ ਬੰਦਿਆਂ ਨੂੰ ਥੋੜੀ ਸਮਝ ਹੈ ਨਾ, ਫਿਜ਼ੀਓਥੈਰੇਪੀ ਵਗੈਰਾ ਜਿਹੜੀ ਕਰਦੇ, ਪੁਆਇੰਟਾਂ ਦੇ ਉੱਤੇ ਕੰਮ ਕਰਦੇ ਆ, ਪਰ ਬੰਦਿਆਂ ਤੇ ਅਸਰ ਹੁੰਦਾ ਉਸ ਚੀਜ਼ ਦਾ। ਕੀ ਹੁੰਦਾ ਹੈ ਕਿ ਜਦੋਂ ਹਵਾ ਸਾਡੀ ਨੱਕ ਰਾਹੀਂ ਨਿਕਲ ਗਈ ਦਿੰਦਾ, ਤੇ ਕੋਈ ਹੋਰ ਪੁਆਇੰਟ ਦਬ ਗਏ, ਦੇਦਾ ਕਹਿਣ ਲੱਗਿਆ ਜਿਹੜੇ ਹੋਰ ਦਬਣੇ ਸੀ। ਹਵਾ ਸਰੀਰ ਦੇ ਨੱਕ ਦੇ ਹਿੱਸੇ ਰਾਹੀਂ ਨਿਕਲ ਗਈ। ਦਿੰਦਾ ਕਹਿਣ ਦੇ ਨਾਲ ਇੱਕ ਤਾਂ ਗਲ ਤੇ ਜ਼ੋਰ ਨਹੀਂ ਪਿਆ, ਇੱਕ ਤੁਹਾਡੇ ਤਾਲੂਏ ਦੇ ਉਤਲੇ ਪਾਸੇ ਜ਼ੋਰ ਨਹੀਂ ਪਿਆ, ਪੁਆਇੰਟਾਂ ਨੇ ਉੱਥੇ ਸੱਟ ਮਾਰਨੀ ਸੀ ਦੇਦਾ ਕਹਿਣ ਨਾਲ, ਔਰ ਤੁਹਾਡੇ ਦੰਤੀ ਸ਼ਬਦ ਬਣ ਜਾਣਾ ਸੀ ਪੂਰੇ ਦਾ ਪੂਰਾ ਦੇਦਾ। ਦੇਦਾ ਕਹਿਣ ਨਾਲ ਹਵਾ ਨੂੰ ਗਲੇ ਤੇ ਝਟਕਾ ਵੱਜਦਾ, ਹਵਾ ਦਾ ਆਪਣੇ ਆਪ ਇੱਕ ਵਾਰ ਪ੍ਰੈਸ਼ਰ ਪਿੱਛੇ ਜਾਂਦਾ, ਦੇਦਾ ਧੁੰਨੀ ਤੇ ਜਾ ਕੇ ਚੋਟ ਕਰਦਾ, ਗਲੇ ਤੇ ਚੋਟ ਕਰਦਾ, ਉੱਤੇ ਤਾਲੂ ਤੇ ਚੋਟ ਕਰਦਾ, ਤੇ ਆਖਰ ਦੰਤੀ ਹੋ ਕੇ ਸ਼ਬਦ ਨਿਕਲਦਾ ਹੈ। ਦੇਂਦਾ ਕਹਿਣ ਨਾਲੇ ਸਾਰੀਆਂ ਸੰਭਾਵਨਾਵਾਂ ਮੁੱਕ ਜਾਂਦੀਆਂ। ਦੇਂਦਾ ਕਿਹਾ, ਇੱਥੇ ਗਲੇ ਤੇ ਸ਼ਬਦ ਨੇ ਥੱਲੇ ਪ੍ਰੈਸ਼ਰ ਨਹੀਂ ਮਾਰਿਆ, ਧੁੰਨੀ ਤੇ ਗਿਆ ਹੀ ਨਹੀਂ ਸ਼ਬਦ। ਦੇਂਦਾ ਕਿਹਾ, ਜੋ ਦੇਦਾ ਕਹਿਣ ਨਾਲ ਗਲੇ ਤੇ ਸੱਟ ਵੱਜਣੀ ਸੀ ਅੰਦਰ ਵੱਜੀ ਨਹੀਂ, ਪੁਆਇੰਟ ਦੱਬੇ ਹੀ ਨਹੀਂ ਉਹਨੇ। ਤੁਹਾਡੇ ਤਾਲੂ ਦੇ ਉੱਤੇ ਪੁਆਇੰਟ ਦੱਬੇ ਹੀ ਨਹੀਂ ਉਹਨੇ, ਤੁਹਾਡਾ ਦੰਤੀ ਉਹ ਸ਼ਬਦ ਬਣਿਆ ਹੀ ਨਹੀਂ। ਉਹ ਅਰਥ ਤੇ ਸਮਝ ਆ ਗਏ ਉਹਦੇ ਤੁਹਾਨੂੰ, ਪਰ ਜਿਹੜੇ ਤੁਹਾਡੇ ਸਰੀਰ ਦੇ ਗੁਪਤ ਰੂਪ ਵਿੱਚ ਸ਼ਬਦ ਨੇ ਆਪਣੀ ਤਾਕਤ ਵਰਤਾਉਣੀ ਸੀ, ਉਹ ਵਰਤੀ ਨਹੀਂ। ਤਦ ਹੀ ਇਹ ਗੱਲ ਹੁੰਦੀ। ਮੈਂ ਬਾਣੀ ਪੜ੍ਹੀ ਜਾਂਦਾ ਜੀ, ਪਹਿਲਾਂ ਸੁਣਦੇ ਸੀ, ਉਹ ਬੰਦੇ ਨੂੰ ਕਿਸੇ ਮਹਾਤਮਾ ਸਾਧੂ ਨੇ ਕੋਈ ਸ਼ਬਦ ਦੇ ਦਿੱਤਾ, ਉਹ ਸ਼ਬਦ ਪੜ੍ਹਦਾ ਸੀ, ਉਹਨੂੰ ਸੰਥਿਆ ਕਰਾ ਦਿੰਦੇ, ਉਹ ਸ਼ਬਦ ਨਾਲ ਬੰਦੇ ਠੀਕ ਹੋ ਜਾਂਦੇ ਸੀ, ਠੀਕ ਹੁੰਦੇ ਸੀ, ਸਰੀਰਕ ਰੋਗ ਵੀ ਕੱਟੇ ਜਾਂਦੇ ਸੀ। ਇੱਕ ਤੇ ਅਰਦਾਸ ਕੰਮ ਕਰਦੀ ਸੀ, ਬਹੁਤ ਗਹਿਰਾਈ ਅਰਦਾਸ ਵਿੱਚ ਇੱਕੋ ਬੰਦੇ ਦੀ ਸ਼ਰਧਾ ਬਣਦੀ ਸੀ, ਮਨੋਬਲ ਵੱਧਦਾ ਸੀ। ਦੂਜਾ, ਉਹ ਪੁਰਾਣੇ ਗੁਰਮੁਖਾਂ ਨੂੰ ਤਜਰਬਾ ਵੀ ਸੀ ਵੀ ਆਹ ਸ਼ਬਦ ਇਸ ਬਿਮਾਰੀ ਵਿੱਚ ਪੜ੍ਹਿਆ ਜਾਂਦਾ ਹੈ, ਇਹ ਸ਼ਬਦ ਇਸ ਤਰ੍ਹਾਂ ਦੇ ਰੋਗੀ ਲਈ ਬੜਾ ਕਾਰਗਰ ਹੈ।
ਉਹਨੂੰ ਅੰਦਰੋਂ ਉਹਦੀ ਬਿਮਾਰੀ ਕੱਟੀ ਜਾਂਦੀ ਹੈ। ਸ਼ਬਦ ਪੜ੍ਹ ਕੇ, ਬੋਲ ਕੇ, ਉਚਾਰਨ ਮਾਤਰ ਨਾਲ ਸਰੀਰ ਦੇ ਅੰਦਰਲੇ ਰੋਗ ਔਰ ਬਾਹਰ ਬ੍ਰਹਿਮੰਡ ਦੇ ਵਿੱਚ ਤੁਹਾਡੇ ਆਲੇ ਦੁਆਲੇ ਦਾ ਔਰਾ ਸ਼ਬਦ ਬਣਾ ਦਿੰਦਾ ਇੱਕ। ਇਹ ਗੱਲ ਨੂੰ ਤੁਸੀਂ ਸਮਝੋ। ਇਹ ਕਈ ਕਾਰਨ ਨੇ, ਬਰੀਕ 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 ਬਰੀਕ। ਜਦੋਂ ਗੱਲਾਂ ਨੂੰ ਤੁਸੀਂ ਜਾਓਗੇ ਹੋਰ ਬੜੇ ਕਾਰਨ ਪਰਤ ਦਰ ਪਰਤ ਗੱਲ ਨਿਕਲੂਗੀ। ਇਸ ਲਈ ਕੋਸ਼ਿਸ਼ ਕਰੋ ਜਿਉਂ ਦੀ ਤਿਉਂ ਸ਼ਬਦ ਨੂੰ, ਜਿਵੇਂ ਸ਼ਬਦ ਆ ਰਿਹਾ ਸ਼ਬਦ ਨੂੰ ਚਲਾ ਦਿਓ, ਨਾ ਵਧਾਓ ਨਾ ਘਟਾਓ। ਸਿੱਖੋ, ਬਾਣੀ ਚ ਆਖੇ ਨਹੀਂ ਸਿੱਖੋ ਸ਼ਬਦ ਪਿਆਰਿਓ, ਸਿੱਖੋ ਸ਼ਬਦ ਨੂੰ ਚਲਾਉਣਾ। ਇਹ ਸ਼ਬਦ ਕੀ ਹੈ? ਕਹਿੰਦੇ ਜਨਮ ਮਰਨ ਕੀ ਟੇਕ। ਤੁਹਾਡੀ ਜ਼ਿੰਦਗੀ ਦੇ ਵਿੱਚ ਅਤੇ ਜਨਮ ਤੋਂ ਬਾਅਦ ਮਰਨ ਦੇ ਵਿੱਚ, ਮੌਤ ਤੋਂ ਬਾਅਦ ਤੁਹਾਡਾ ਆਸਰਾ ਬਣੇਗਾ। ਸ਼ਬਦ ਬਾਣੀ ਚ ਲਿਖਿਆ, ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਤੁਹਾਡੇ ਮੁਖ ਉਜਲੇ ਹੋ ਜਾਣਗੇ, ਤੁਸੀਂ ਸਦਾ ਸੁਖੀ ਰਹੋਗੇ। ਤੁਸੀਂ ਇੱਕ ਪਰਮਾਤਮਾ ਵਾਹਿਗੁਰੂ ਨੂੰ ਸਿਮਰੋ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਇਹੀ ਗੱਲ ਆਖੀ, ਕੋਈ ਸਿੱਖ ਉੱਠੇ ਤੇ ਜਪਜੀ ਦਾ ਸ਼ੁੱਧ ਪਾਠ ਸੁਣਾਵੇ। ਸਿੱਖਾਂ ਨੂੰ ਆਉਂਦਾ ਤਾਂ ਬਹੁਤ ਨੂੰ ਸੀ, ਪਰ ਜਿਹੜਾ ਮਹਾਰਾਜ ਨੇ ਆਖਿਆ ਸ਼ੁੱਧ ਪਾਠ ਸੁਣਾਓ, ਇਸ ਦੀ ਥੋੜੀ ਤਸੱਲੀ ਨਹੀਂ ਸੀ। ਇੱਕ ਤੇ ਇਹ ਕਾਰਨ ਸੀ। ਦੂਜਾ ਕਾਰਨ ਸੀ ਗੁਰੂ ਜੀ ਦੇ ਸਾਹਮਣੇ ਸੁਣਾਉਣਾ ਔਖਾ ਲੱਗਦਾ ਸੀ। ਕਈ ਵਾਰੀ ਕਈ ਗੱਲਾਂ ਸਾਨੂੰ ਯਾਦ ਹੁੰਦੀਆਂ, ਕੰਠ ਹੁੰਦੀਆਂ, ਪਰ ਵੱਡਿਆਂ ਦੇ ਸਾਹਮਣੇ, ਬਜ਼ੁਰਗਾਂ ਦੇ ਸਾਹਮਣੇ, ਉਹਨਾਂ ਦੇ ਇਹਤਰਾਮ ਦੇ ਲਈ, ਇੱਜ਼ਤ ਦੇ ਲਈ, ਜਾਂ ਉਹਨਾਂ ਦਾ ਸਾਡੇ ਉੱਤੇ ਭੈ ਹੁੰਦਾ ਹੈ। ਕਈ ਗੱਲਾਂ ਚੰਗੀਆਂ ਭਲੀਆਂ ਯਾਦ ਹੋਣ ਦੇ ਬਾਵਜੂਦ ਵੀ ਭੁੱਲ ਜਾਂਦੀਆਂ, ਡਰ ਹੁੰਦਾ ਪ੍ਰੈਕਟਿਸ ਨਾ ਹੋਣ ਦੇ ਕਾਰਨ। ਉੱਥੇ ਫਿਰ ਇੱਕ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਕਹਿੰਦੇ ਫਿਰ ਸੁਣਾਓ ਬਈ ਕੋਈ ਜਪਜੀ ਸਾਹਿਬ ਦਾ ਪਾਠ, ਜਿਹੜਾ ਸਾਨੂੰ ਅੱਜ ਜਪਜੀ ਸਾਹਿਬ ਦਾ ਪਾਠ ਸੁਣਾਊ, ਜੋ ਮੰਗ ਲਓ ਉਹ ਦੇਵਾਂਗੇ। ਤੇ ਇੱਕ ਸਿੱਖ ਉੱਠਿਆ, ਭਾਈ ਗੋਪਾਲਾ ਸੀ ਉਹਦਾ ਨਾਮ, ਭਾਈ ਗੋਪਾਲਾ। ਭਾਈ ਗੋਪਾਲੇ ਨੇ ਉੱਠ ਕੇ ਫਿਰ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਸ਼ੁਰੂ ਕੀਤਾ। ਉੱਚੀ ਥਾਂ ਤੇ ਗੁਰੂ ਜੀ ਨੇ ਉਹਨੂੰ ਬਿਠਾਇਆ ਸੀ ਵੀ ਸੁਣਾ ਬਾਣੀ। ਤੇ ਇੱਕ ਮਨ ਹੋ ਕੇ ਸੁਣਾਈ ਗਿਆ, ਸੁਣਾਈ ਗਿਆ, ਸੁਣਾਈ ਗਿਆ। ਇਤਿਹਾਸ 'ਚ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਬਾਣੀ ਸੁਣ ਕੇ ਜਿਸ ਪਲੰਗ ਤੇ ਤਖਤ ਤੇ ਬੈਠੇ ਸੀ, ਖੜੇ ਹੋਣ ਲੱਗ ਪਏ। ਪਹਿਲਾਂ ਇੱਕ ਪੈਰ ਚੁੱਕਿਆ, ਫਿਰ ਦੂਜਾ ਪੈਰ ਚੁੱਕਿਆ, ਫਿਰ ਮਹਾਰਾਜ ਤਖਤ ਤੋਂ ਅੱਧੇ ਉੱਤਰ ਆਏ, ਉੱਠਣ ਲੱਗੇ ਸੀ। ਬਾਣੀ ਪੜ੍ਹਨ ਵਾਲੇ ਨੂੰ ਗੁਰੂ ਹਰਗੋਬਿੰਦ ਸਾਹਿਬ ਆਪਣੀ ਗੱਦੀ ਤੇ ਬਿਠਾ ਦੇਣਾ ਚਾਹੁੰਦੇ ਸੀ। ਇਹਦੇ ਬੜੇ ਗਹਿਰੇ ਭਾਵ ਨੇ। ਕਈ ਵਾਰੀ ਸੋਚਦੇ ਨਾ ਵੀ ਗੁਰਿਆਈ ਗੱਦੀ, ਉਹ ਅੱਜ ਵੀ ਕੋਈ ਉਸ ਸਮੇਂ ਦੀ ਗੱਲ ਨਹੀਂ, ਅੱਜ ਵੀ ਕੋਈ ਸਿੱਖ ਪ੍ਰੇਮ ਨਾਲ ਬਾਣੀ ਪੜ੍ਹੇ, ਗੁਰੂ ਨਾਨਕ ਸਾਹਿਬ ਆਪਣੀ ਥਾਂ ਬਿਠਾਉਂਦੇ ਆ, ਆਪਣੀ ਗੋਦ 'ਚ ਬਿਠਾਉਂਦੇ ਆ, ਆਪਣੇ ਬਰਾਬਰ ਬਿਠਾਉਂਦੇ ਆ। ਜਿਹੜਾ ਸਿੱਖ ਬਾਣੀ ਗੁਰੂ ਦੀ ਪੜ੍ਹਦਾ ਹੈ, ਤੇ ਪੜ੍ਹਦਿਆਂ ਪੜ੍ਹਦਿਆਂ ਉਹਦੇ ਮਨ ਵਿੱਚ, ਭਾਈ ਗੋਪਾਲੇ ਦੇ ਮਨ ਵਿੱਚ ਫੁਰਨਾ ਆ ਗਿਆ ਕਿ 5 ਘੋੜੇ ਆਏ ਆ, ਕਾਬਲ ਵਾਲੇ ਪਾਸੇ ਤੋਂ ਸੰਗਤਾਂ ਲਈਆਂ ਨੇ। ਉਹ ਘੋੜਾ ਇੱਕ ਤੇ ਗੁਰੂ ਜੀ ਨੇ ਆਪਣੇ ਲਈ ਰੱਖ ਲਿਆ, ਇੱਕ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ, 2 ਹੋਰ ਸਿੱਖਾਂ ਨੂੰ ਦੇ ਦਿੱਤੇ, ਇੱਕ ਘੋੜਾ ਹਜੇ ਪਿਆ ਤਬੇਲੇ ਵਿੱਚ। ਬਾਬੇ ਵਿਧੀ ਚੰਦ ਨੂੰ ਇੱਕ ਦੇ ਦਿੱਤਾ, ਇੱਕ ਹੋਰ ਕਿਸੇ ਸਿੱਖ ਨੂੰ ਦਿੱਤਾ ਸੀ ਕਿ ਉਹ ਮੈਨੂੰ ਮਿਲ ਜਾਵੇ ਬਸ। ਗੁਰੂ ਜੀ ਉੱਥੇ ਵਾਪਸ ਬਹਿ ਗਏ, ਬਾਣੀ ਸੁਣੀ ਔਰ ਉਸ ਸਿੱਖ ਦੀ ਮਨੋਕਾਮਨਾ ਪੂਰੀ ਕੀਤੀ। ਉਹਨੂੰ ਘੋੜਾ ਦਿੱਤਾ, ਸੋਨੇ ਦੀ ਕਾਠੀ ਵਾਲਾ, ਔਰ ਬਚਨ ਕੀਤਾ, ਭਾਈ ਬਚਨ ਕੀਤਾ ਸੀ ਵੀ ਜੋ ਮੰਗੇਗਾ ਉਹ ਦੇਵਾਂਗੇ। ਹੁਣ ਤੇਰੇ ਮਨ 'ਚ ਫੁਰਨਾ ਘੋੜੇ ਦਾ, ਤੈਨੂੰ ਘੋੜਾ ਦਿੱਤਾ। ਜਿਹੜੀ ਕਹਿਣ ਦਾ ਇਹੀ ਭਾਵ ਹੈ, ਜਦੋਂ ਕੋਈ ਸਿੱਖ ਪ੍ਰੇਮ ਨਾਲ ਬਾਣੀ ਪੜ੍ਹਦਾ ਹੈ, ਪ੍ਰੇਮ ਨਾਲ ਸਿਮਰਨ ਕਰਦਾ ਹੈ, ਉਹਦੀਆਂ ਮਨੋਕਾਮਨਾ ਗੁਰੂ ਪੂਰੀਆਂ ਕਰਦੇ ਆ। ਅੱਜ ਦੇ ਸ਼ਬਦ 'ਚ ਗੁਰੂ ਅਰਜਨ ਦੇਵ ਕਹਿੰਦੇ, ਹੈ ਕੋਈ ਰਾਮ ਪਿਆਰੋ ਗਾਵੈ, ਸਰਬ ਕਲਿਆਣ ਸੁਖ ਸੱਚ ਪਾਵੈ। ਹੈ ਕੋਈ ਐਸਾ ਬੰਦਾ ਰੱਬ ਦਾ ਪਿਆਰਾ, ਜਿਹੜਾ ਪ੍ਰੇਮ ਵਿੱਚ ਸਾਡੇ ਪਿਆਰੇ ਪ੍ਰਮਾਤਮਾ ਦੇ ਗੁਣ ਗਾ ਦੇਵੇ, ਉਹਦੀ ਬਾਣੀ ਸੁਣਾ ਦੇਵੇ, ਉਹਦੀ ਸਿਫਤ ਸਲਾਹ ਸੁਣਾ ਦੇਵੇ, ਤੇ ਉਹ ਜੋ ਮਰਜ਼ੀ ਮੰਗ ਲਏ। ਤੇ ਪਹਿਲਾਂ ਹੀ ਦੱਸ ਦਿੱਤਾ ਵੀ ਦੇਣਾ ਕੀ ਆ, ਸਰਬ ਕਲਿਆਣ ਸੁਖ ਸੱਚ ਪਾਵੈ। ਸਾਰੀਆਂ ਹੀ ਮੁਕਤੀਆਂ, ਸ਼ਲੋਕ ਸਮੀਪ ਸਰੂਪ ਸੁਯਜ,
ਕੇਵਲ ਮੋਕਸ਼, ਸਾਰੇ ਕਲਿਆਣ ਅਤੇ ਸੁਖ ਦਾ ਅਰਥ ਹੈ ਸਾਰੀ ਸੁਖ, ਤੇ ਅੰਤ ਸੱਚੇ ਪ੍ਰਮਾਤਮਾ ਵਿੱਚ ਸਮਾ ਜਾਏਗਾ, ਉਹਨੂੰ ਪ੍ਰਾਪਤੀ ਹੋ ਜਾਏਗੀ। ਜਿਹੜਾ ਕੋਈ ਅੱਜ ਰਾਮ ਪਿਆਰੇ ਦੇ ਗੀਤ ਸਾਨੂੰ ਸੁਣਾ ਦੇਵੇ। ਗੁਰੂ ਅਰਜਨ ਦੇਵ ਜੀ ਕਹਿੰਦੇ ਰਹਾਓ, ਵਿਸ਼ਰਾਮ ਦੇ ਕੇ ਸਮਝਾ ਰਹੇ। ਬਨ ਬਨ ਖੋਜਤ ਫਿਰਤ ਬੈਰਾਗੀ, ਕਹਿੰਦੇ ਜੰਗਲਾਂ ਜੰਗਲਾਂ ਵਿੱਚ ਬੰਦੇ ਪ੍ਰਮਾਤਮਾ ਨੂੰ ਲੱਭਦੇ ਫਿਰਦੇ ਆ। ਬਨ ਬਨ ਖੋਜਤ ਫਿਰਤ ਬੈਰਾਗੀ, ਬੈਰਾਗੀ ਬੰਦੇ ਨਾ, ਜਿਨ੍ਹਾਂ ਦੇ ਅੰਦਰ ਵਿਰਾਗ ਪੈਦਾ ਹੋ ਜਾਂਦਾ, ਉਹ ਫਿਰ ਲੱਭਦੇ ਫਿਰਦੇ ਆ ਵੀ ਕਿਤੇ ਤਾਂ ਮਿਲੇ, ਕੋਈ ਤਾਂ ਐਸਾ ਰਾਹ ਹੋਵੇ, ਕੋਈ ਤਾਂ ਹੋਵੇ ਦੱਸ ਦੇ। ਤੇ ਫਿਰ ਉਸ ਦੀ ਪ੍ਰਾਪਤੀ ਦੇ ਲਈ ਉਹ ਹਰੇਕ ਯਤਨ ਕਰਦੇ, ਹਰੇਕ ਕੋਸ਼ਿਸ਼ ਕਰਦੇ। ਇੱਥੋਂ ਤੱਕ ਮਹਾਰਾਜ ਕਹਿੰਦੇ ਜੰਗਲਾਂ ਵਿੱਚ ਵੀ ਚਲੇ ਜਾਂਦੇ ਆ ਬੰਦੇ। ਬਾਬਾ ਫਰੀਦ ਜੀ ਨੇ ਆਖਿਆ ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰਿਓ। ਮੈਂ ਕਹਿੰਦੇ ਆਪਣੇ ਸੋਹਣੇ ਕੱਪੜੇ ਪਾੜ ਕੇ ਆ ਤੈਨੂੰ ਤਾਕੀਆਂ ਤਾਕੀਆਂ ਕਰ ਦੇਵਾਂ, ਕੰਬਲੀ ਪਾ ਲਵਾਂ, ਜਿੰਨੀ ਵੇਸੀ ਸੌ ਮਿਲਿਆ ਸੋਈ ਵੇਸ ਕਰਿਓ। ਜਿਹੜੇ ਪਹਿਰਾਵੇ ਨਾਲ ਜਿਸ ਮਾਰਗ ਤੇ ਮੇਰਾ ਪਿਆਰਾ ਮਿਲ ਪਵੇ, ਮੈਂ ਉਹੀ ਕੱਪੜੇ ਪਾਉਣ ਨੂੰ ਤਿਆਰ, ਮੈਂ ਉਹੀ ਰਾਹ ਤੇ ਚੱਲਣ ਨੂੰ ਤਿਆਰ। ਪੈਰ ਛੱਡ ਮੈਂ ਸਿਰ ਦੇ ਭਾਰ ਤੁਰ ਕੇ ਜਾਣ ਨੂੰ ਤਿਆਰ। ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪਿਰੀ ਮਿਲਾਨਾ। ਜੇ ਮੇਰਾ ਪਿਆਰਾ ਮੈਨੂੰ ਮਿਲੇ, ਜੇ ਮੇਰੇ ਪੈਰ ਥੱਕ ਜਾਣ, ਮੈਂ ਸਿਰ ਘਸਾ ਕੇ ਜਾਵਾਂ। ਜਾਂਦੇ ਨਹੀਂ ਬੰਦੇ ਕਈ ਵਾਰੀ, ਤੁਸੀਂ ਆ ਦੇਵੀਆਂ ਦੇ ਜਾਂਦੇ ਬੰਦੇ ਦੇਖਿਆ, ਥੋੜਾ ਜਿਹਾ ਇੱਕ ਕਦਮ ਉੱਠਦੇ, ਫਿਰ ਏਦਾਂ ਥੱਲੇ ਸਿਜਦਾ ਕਰਦੇ, ਫਿਰ ਲਕੀਰ ਕੱਢਦੇ, ਫਿਰ ਉੱਥੇ ਖੜਦੇ ਜਾ ਕੇ, ਫਿਰ ਸਿਜਦੇ ਕਰਦੇ। ਜਾਂਦੇ ਨਹੀਂ ਲੋਕੀ, ਮੈਂ ਵੇਖਿਆ ਲੋਕੀ ਇੱਦਾਂ ਦੇ ਵੇਖਿਆ। 5-5 4-4 ਕਿਲੋਮੀਟਰ ਤੱਤੇ ਰੇਤੇ ਵਿੱਚ, ਸਾਡੇ ਉਧਰ ਪਿੰਡਾਂ ਵੱਲ ਕਿਸੇ ਪੀਰ ਦੀ ਸਮਾਧ ਦੇ ਉੱਤੇ ਮੇਲਾ ਭਰਦਾ ਹੁੰਦਾ ਸੀ। ਲੋਕਾਂ ਦੀ ਆਪੋ ਆਪਣੀ ਆਸਥਾ ਹੁੰਦੀ ਹੈ। ਤੱਤਾ ਰੇਤਾ, ਗਰਮੀ ਦੀ ਰੁੱਤੇ, ਜੇਠ ਹਾੜ ਦੇ ਮਹੀਨੇ ਉਹਦਾ ਮੇਲਾ ਲੱਗਣਾ ਪੀਰ ਦਾ। 2-3 ਕਿਲੋਮੀਟਰ ਉਹਨੂੰ ਕੱਚਾ ਪਹਾ ਜਾਂਦਾ ਸੀ, ਤੇ ਲੋਕੀ ਪੱਕੀ ਸੜਕ ਤੋਂ ਕੱਚੇ ਪਹੇ ਤੱਕ ਗਰਮੀ ਦੀ ਰੁੱਤ ਰਿੜਦੇ ਜਾਂਦੇ ਸਨ। ਰਿੜਦੇ ਟੇਢੇ ਟੇਢੇ, ਜਿਵੇਂ ਨਾ ਨਿਆਣੇ ਨਹੀਂ ਰਿੜਦੇ ਹੁੰਦੇ ਫਰਸ਼ਾਂ ਦੇ ਉੱਤੇ, ਗੋਲ ਗੋਲ ਬੈੱਡ ਤੇ ਆਪਾਂ ਘੁਮਾ ਦਿੰਦੇ। ਗਰਮੀ ਦੀ ਰੁੱਤੇ ਲੋਕ ਉਹ ਪੀਰ ਨੂੰ ਮਨਾਉਣ ਲਈ ਲੋਟਣੀਆਂ ਖਾਂਦੇ ਰਿੜਦੇ ਜਾਂਦੇ ਸਨ। ਉਹ ਪਤਾ ਨਹੀਂ ਪੀਰ ਮੰਨਿਆ ਸੀ ਕਿ ਰੁੱਸਿਆ ਸੀ, ਇਹਦੇ ਤੇ ਬਾਰੇ ਸਾਨੂੰ ਨਹੀਂ ਪਤਾ, ਕਿਉਂਕਿ ਗੁਰਮਤਿ ਤੇ ਇਹੋ ਜਿਹੇ ਪੀਰਾਂ ਨੂੰ ਨਹੀਂ ਮੰਨਦੀ। ਬਾਬਾ ਤੇ ਗੁਰਬਾਣੀ ਤੇ ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਇਹ ਸਭ ਤੋਂ ਵੱਡਾ ਪੀਰ ਹੈ। ਤੇ ਮਨਾਉਣਾ ਸਿੱਖਣੇ, ਬੰਦਗੀ ਕੇਵਲ ਪੂਜੋ ਰਾਮ ਏਕ ਹੀ ਦੇਵਾ, ਪਰਮਾਤਮਾ ਦੀ ਕਰਨੀ। ਸਿਰਫ ਇੱਕ ਕਹਿਣ ਦਾ ਭਾਵ ਇੱਥੇ ਆਪਾਂ ਇੱਕ ਅੰਗੀ ਦ੍ਰਿਸ਼ਟਾਂਤ ਲੈ ਲਈਏ, ਲੋਕ ਕੀ ਨਹੀਂ ਕਰਦੇ ਆਪਣੇ ਪਿਆਰੇ ਨੂੰ ਮਨਾਉਣ ਲਈ, ਬਹੁਤ ਕੁਝ ਕਰਦੇ ਆ। ਔਰ ਬਾਬਾ ਫਰੀਦ ਜੀ ਕਹਿੰਦੇ ਜੇ ਮੇਰੇ ਪੈਰ ਥੱਕ ਜਾਣ, ਮੈਂ ਆਪਣੇ ਸਿਰ ਦੇ ਭਾਰ ਘਿਸਰ ਕੇ ਆਵਾਂ, ਕੋਈ ਗੱਲ ਨਹੀਂ, ਪਰ ਮੈਨੂੰ ਮਿਲੇ ਤੇ ਸਹੀ। ਔਰ ਗੁਰੂ ਅਰਜਨ ਦੇਵ ਜੀ ਨੇ ਆਖਿਆ ਵੀ ਕਾਏ ਪਟੋਲਾ ਪਾੜਤੀ, ਕੰਬਲੜੀ ਪਹਿਰੇ, ਘਰ ਹੀ ਬੈਠਿਆਂ ਸੌ ਪਾਈਆ ਜੇ ਨੀਅਤ ਰਾਸ ਕਰੀ। ਤੂੰ ਆਪਣੀ ਨੀਅਤ ਬਣਾ ਲੈ, ਆਪਣੀ ਨੀਅਤ ਨੂੰ ਸਹੀ ਕਰ ਲੈ, ਸਹੀ ਮਰਿਆਦਾ ਤਰੀਕਾ ਅਪਣਾ ਲੈ। ਜੇ ਸਹੀ ਤਰੀਕਾ ਤੇਰੇ ਕੋਲ ਹੋਵੇ ਫਿਰ ਤਾਂ ਪ੍ਰਾਪਤ ਹੋ ਜੂ। ਨਹੀਂ, ਜਦੋਂ ਜਿੰਨਾ ਚਿਰ ਉਹ ਸਹੀ ਤਰੀਕਾ ਨਹੀਂ ਲੱਭਦਾ, ਉਹ ਕਿਹੜਾ ਹਰ ਕੋਈ ਦੱਸ ਦਿੰਦਾ, ਹਰੇਕ ਨੂੰ ਪਤਾ ਵੀ ਨਹੀਂ। ਰਾਹ ਦੱਸਣ ਵਾਲੇ ਘੱਟ ਹੈ, ਰਾਹ ਗਲਤ ਦੱਸਣ ਵਾਲੇ ਉਦੋਂ ਵੱਧ ਹੈ। ਅਣਗਿਣਤ ਤਰੀਕੇ ਆ। ਅਸੰਖ ਜਪ ਲਿਖਿਆ ਨਹੀਂ ਤੁਸੀਂ ਜਪਜੀ ਸਾਹਿਬ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ। ਅਨੇਕਾਂ ਉਹਦੇ ਨਾਮ ਨੇ, ਅਨੇਕਾਂ ਉਹਦੇ ਪੁਜਾਰੀ ਨੇ, ਅਨੇਕਾਂ ਤਰ੍ਹਾਂ ਦੇ ਪਿਆਰ ਕਰਨ ਵਾਲੇ, ਤੇ ਅਨੇਕਾਂ ਤਰੀਕਿਆਂ ਨਾਲ ਉਹਦੀ ਪੂਜਾ ਅਤੇ ਤਪੱਸਿਆ ਕਰਨ ਵਾਲੇ ਲੋਕ ਧਰਤੀ ਤੇ ਮੌਜੂਦ ਹੈਗੇ ਆ। ਕੀ ਕਰੋਗੇ? ਹਟਾ ਲਓਗੇ ਤੁਸੀਂ? ਲਓ ਹਟਾ ਲਓ, ਲਾ ਲਓ ਜੋਰ।
ਉਹ ਬੰਦੇ ਦੀ ਆਪਣੀ ਜਿੰਨਾ ਚਿਰ ਉਹਨੂੰ ਸਹੀ ਮਾਰਗ ਨਹੀਂ ਲੱਭਦਾ ਉਹਨਾਂ ਸਮਾਂ ਉਹਨੇ ਭਟਕਣਾ ਹੀ ਭਟਕਣਾ ਹੈ। ਕਿਧਰੇ 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 ਬੰਦਾ ਜਾਈ ਜਾਂਦਾ ਹੈ। ਜਦੋਂ ਬਰਾਗੀ ਹੋ ਜਾਂਦਾ ਹੈ ਫਿਰ ਬੰਦਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਨਿਹ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਉਹਨਾਂ ਦੇ ਅੰਦਰ ਖਿੱਚ ਹੁੰਦੀ ਤੇ ਬਾਬਾ ਜੀ ਕਹਿੰਦੇ ਬਨ ਬਨ ਖੋਜਤ ਫਿਰਤ ਬੈਰਾਗੀ। ਬੈਰਾਗੀ ਹੋ ਕੇ ਜੰਗਲਾਂ ਜੰਗਲਾਂ 'ਚ ਲੱਭਦੇ ਫਿਰਦੇ ਆ ਲੋਕੀ। ਬਿਰਲੇ ਕਾਹੂ ਏਕ ਲਿਵ ਲਾਗੀ। ਪਰ ਕਿਸੇ ਵਿਰਲੇ ਬੰਦੇ ਦੀ ਇੱਕ ਪ੍ਰਮਾਤਮਾ ਵਾਲੇ ਪਾਸੇ ਲਿਵ ਲੱਗਦੀ, ਵਿਰਾਗ ਹੋ ਜਾਂਦਾ ਹੈ। ਕੋਈ ਘਟਨਾ ਘਟ ਗਈ, ਕੋਈ ਪਿਆਰਾ ਮਿੱਤਰ ਚਲਾ ਗਿਆ, ਕੋਈ ਘਰ ਦਾ ਬਹੁਤ ਨੇੜਲਾ ਮੈਂਬਰ ਚਲਾ ਗਿਆ, ਘਰ ਪਤੀ ਚਲਾ ਗਿਆ, ਪਤਨੀ ਚਲੀ ਗਈ। ਕਈ ਇੱਦਾਂ ਦੇ ਵੀ ਇਸ ਧਰਤੀ ਤੇ ਹਨ, ਦੁੱਖ ਉਹਨਾਂ ਦੇ ਝੱਲੇ ਨਹੀਂ ਜਾਂਦੇ ਬੰਦਿਆਂ ਦੇ। ਮਾਂ ਪਿਓ ਜਿਉਂਦੇ ਬੈਠੇ ਆ, ਪੁੱਤਰ ਚਲੇ ਗਏ, ਧੀਆਂ ਚਲੀਆਂ ਗਈਆਂ, ਵਿਰਾਗ ਪੈਦਾ ਹੋ ਗਿਆ। ਵਿਰਾਗ ਦੁਨੀਆ ਵੱਲੋਂ ਉਚਾਟਤਾ ਹੋ ਜਾਣੀ ਵੀ ਕੁਛ ਨਹੀਂ ਪਿਆ ਇੱਥੇ। ਪਰ ਫਿਰ ਵੀ ਇਹ ਵਿਰਾਗ ਵੀ ਸਭ ਕੁਝ ਨਹੀਂ। ਅਸਲ ਤੇ ਲਿਵ ਲੱਗ ਜਾਏ ਪ੍ਰਮਾਤਮਾ ਨਾਲ, ਵਿਰਾਗ ਤੋਂ ਬਾਅਦ ਸਹੀ ਬੰਦਾ ਟੱਕਰ ਜਾਏ ਤਾਂ ਲਿਵ ਲੱਗਦੀ ਹੈ। ਪੂਰਨ ਗੁਰੂ, ਸਹੀ ਬੰਦੇ ਤੋਂ ਭਾਵ ਪੂਰਨ ਪੁਰਸ਼, ਪੂਰਨ ਗੁਰੂ ਦਾ ਮਿਲਾਪ ਹੋ ਜਾਏ, ਨਹੀਂ ਤੇ ਵਿਰਾਗ ਵੀ ਵਿਅਰਥ ਹੋ ਜਾਂਦਾ। ਖਿੜਦੇ ਆ ਫੁੱਲ ਜੰਗਲਾਂ 'ਚ, ਬਸ ਉੱਥੇ ਪਏ ਰਹਿੰਦੇ। ਉਹ ਸ਼ਿਵ ਕੁਮਾਰ ਨੇ ਲਿਖਿਆ ਨਹੀਂ, ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਉਜਾੜ। ਮੈਂ ਕੰਡਿਆਲੀ ਥੋਰ ਉਜਾੜਾਂ ਚੁੱਗ ਗਈ। ਬਸ ਫੁੱਲ ਖਿੜਦੇ ਆ ਉਜਾੜਾਂ ਜੰਗਲਾਂ ਦੇ ਵਿੱਚ, ਖਿੜਦੇ ਬਹੁਤ ਖਿੜਦੇ, ਬਸ ਉੱਥੇ ਉਹਨਾਂ ਦਾ ਖਿੜਕੇ ਉੱਥੇ ਮੁਰਝਾ ਜਾਂਦੇ। ਬੜੇ ਬੰਦਿਆਂ ਨੂੰ ਵਿਰਾਗ ਹੁੰਦਾ ਜੀ, ਬਹੁਤ ਬੰਦੇ ਵਿਰਾਗੀ, ਪਰ ਸਹੀ ਚੀਜ਼ ਅੱਗੇ ਪੂਰਨ ਮੁਰਸ਼ਿਦ ਦੀ ਪ੍ਰਾਪਤੀ ਨਾ ਹੋਣ ਕਰਕੇ ਉਹ ਵਿਰਾਗ ਬਸ ਐਵੇਂ ਚਲਾ ਜਾਂਦਾ ਥੋੜੇ ਜਿਹੇ ਟਾਈਮ ਬਾਅਦ। ਜਿਵੇਂ ਲੋਹਾ ਗਰਮ ਹੋਵੇ ਤੇ ਉਹਦੇ ਸੱਟ ਮਾਰ ਦਈਏ ਨਾ, ਕੋਈ ਚੀਜ਼ ਔਜ਼ਾਰ ਬਣਦਾ, ਏਦਾਂ ਹੀ ਜਦੋਂ ਵਿਰਾਗ ਕਿਸੇ ਕਾਰਨ ਕਰਕੇ ਵੀ, ਵੈਸੇ ਤਾਂ ਬਹੁਤ ਵੱਡਾ ਵਿਰਾਗ ਜਿਹਨੂੰ 8 ਤਰ੍ਹਾਂ ਦਾ ਵਿਰਾਗ ਲਿਖਿਆ ਕਿ ਗ੍ਰੰਥ 'ਚ ਮੈਂ ਪੜ੍ਹਿਆ ਸੀ, ਪਰ ਅਸਲ ਵਿਰਾਗ ਹੈ ਤਰਤੀਬਰ ਤਰਤਮ ਵਿਰਾਗ। ਉਹ ਹੁੰਦਾ ਕਾਰਨ ਵਿਰਾਗ ਨਹੀਂ, ਮੰਦ ਵਿਰਾਗ ਨਹੀਂ। ਕਿਸੇ ਕਾਰਨ ਕਰਕੇ ਹੋ ਗਿਆ ਤਾਂ ਇਹ ਅੱਜ ਕੋਈ ਕਾਰਨ ਬਣ ਗਿਆ, ਤੁਹਾਨੂੰ ਵਿਰਾਗ ਹੋ ਗਿਆ। ਘਰ ਵਾਲੀ ਚੜ੍ਹਾਈ ਕਰ ਗਈ, ਬੜਾ ਵਿਰਾਗ ਹੋ ਗਿਆ, ਉਹ ਬੜਾ ਔਖਾ ਬਈ। ਕੋਈ ਹੋਰ ਮਿਲ ਗਈ, ਉਦੋਂ ਚੰਗੇ ਗੁਣਾਂ ਵਾਲੀ ਮਿਲ ਗਈ, ਵਿਰਾਗ ਹੋ ਗਿਆ, ਹੋ ਗਿਆ। ਮੁੜ ਕੇ ਉਹੀ ਨੱਚਦੇ ਹੁੰਦੇ ਆਪਣੀ ਵਿਆਹ 'ਚ। ਇਹ ਕਹਿੰਦੇ ਇਹ ਵਿਰਾਗ ਨਹੀਂ, ਅਸਲ ਵਿਰਾਗ ਹੈ ਬੂਝ ਬੈਰਾਗ ਕਰੇ ਜੇ ਕੋਈ। ਅੰਦਰੋਂ ਸਮਝ ਲੱਗ ਜਾਏ, ਸਾਰੇ ਪਿਆਰ ਕਰਨੇ ਨਹੀਂ ਧੱਕੇ ਮਾਰੇ। ਨਾਰ ਮੂਈ ਘਰ ਸੰਪਤ ਨਾਸੀ, ਮੂੰਡ ਮੁੰਡਾਏ ਭਇਆ ਸੰਨਿਆਸੀ। ਘਰ ਵਾਲੀ ਮਰ ਗਈ, ਪੈਸੇ ਮੁੱਕ ਗਏ, ਲੋਕਾਂ ਨੇ ਧੱਕੇ ਮਾਰੇ, ਚੱਲ ਨੱਠੇ, ਇੱਥੋਂ ਰੋਟੀ ਨਹੀਂ ਦਿੱਤੀ ਭਰਜਾਈਆਂ ਨੇ। ਤੇ ਫਿਰ ਕਹਿੰਦਾ ਚਲੋ ਕੋਈ ਗੱਲ ਨਹੀਂ ਜੀ, ਆਪਾਂ ਕਿਹੜਾ ਐਵੇਂ ਆ, ਆਪਾਂ ਸਾਧ ਬਣ ਜਾਂਦੇ ਹਾਂ। ਸਿਰ ਮਨਾ ਲਿਆ ਤੇ ਚਿੱਪੀ ਚੁੱਕ ਲਈ ਤੇ ਥਾਂ ਥਾਂ ਤੇ ਅਲੱਖ ਨਿਰੰਜਨ ਲਓ ਜੀ, ਵਿਰਾਗੀ ਜੀ ਆ ਗਏ ਜੀ, ਸਾਧੂ ਆ ਗਏ। ਇਹ ਕੋਈ ਵਿਰਾਗ ਨਹੀਂ, ਇਹਨੂੰ ਇਹ ਸਿਰਫ ਰੋਟੀਆਂ ਕਾਰਨ ਪੂਰਾ ਤਾਲ ਆਪ ਪਛਾੜੈ ਧਰਤੀ ਨਾਲ। ਲੋਕ ਆਪਣੇ ਆਪ ਨੂੰ ਧਰਤੀ ਨਾਲ ਪਟਕਾ ਪਟਕਾ ਕੇ ਮਾਰਦੇ ਆ। ਇਹ ਕੁਝ ਵੀ ਕਰਦੇ, ਲੋਹੇ ਦੇ ਲੈ ਕੇ ਏਡੇ ਏਡੇ ਸਰੀਏ ਐ ਮਾਰਦੇ ਇੱਥੇ ਮੋਢਿਆਂ ਤੇ। ਇਹ ਸਭ ਪਗੋ ਪਿਤਾਣਾ, ਆਪਣਾ ਕੀਆ ਕਮਾਣਾ। ਪੈਰੋਂ ਨੰਗੇ ਫਿਰਦੇ ਗਰਮੀ ਦੀ ਰੁੱਤੇ ਜੰਗਲਾਂ ਦੇ ਵਿੱਚ। ਕਹਿੰਦੇ ਮਹਾਰਾਜ ਕਹਿੰਦੇ ਇਹ ਆਪਣਾ ਕੋਈ ਪਿਛਲਾ ਕਰਮ ਭੋਗ ਰਿਹਾ। ਅਲਮਲ ਖਾਈ, ਕਹਿੰਦੇ ਗੰਦ ਮੰਦ ਜੋ ਮਿਲਦਾ ਖਾਈ ਜਾਂਦੇ। ਅਲਮਲ ਖਾਈ ਸਿਰ ਛਾਈ ਪਾਈ, ਸਿਰ 'ਚ ਸਵਾ ਪਾ ਕੇ ਜਟਾਵਾਂ ਵੱਡੀਆਂ ਵੱਡੀਆਂ ਬਣਾ ਲੈਂਦੇ, ਸਵਾ ਪਾ ਕੇ ਤੇ ਲੰਮੀਆਂ ਕਰ ਲਈ। ਕਹਿੰਦੇ ਮੂਰਖ ਅੰਧੇ ਪੱਤ ਗਵਾਈ, ਬਿਨ ਨਾਵੈ ਕਿਛ ਥਾਏ ਨਾ ਪਾਈ। ਇਹ ਮੂਰਖ ਨੇ, ਅੰਨਿਆਂ ਨੇ ਆਪਣੀ ਇੱਜ਼ਤ ਗਵਾ ਲਈ, ਨਾਮ ਬਿਨਾ ਇਹਨਾਂ ਦੇ ਇਹ ਕੰਮ ਕਿਸੇ ਕੰਮ ਨਹੀਂ। ਰਹਿ ਬਿਵਾਣੀ ਮੜੀ ਮਸਾਣੀ, ਅੰਧ ਨਾ ਜਾਣਾ ਫਿਰ ਪਛਤਾਣੀ। ਮੜੀਆਂ 'ਚ ਰਹਿਣ ਲੱਗ ਪਿਆ, ਮੜੀਆਂ ਵਾਲਾ ਬਾਬਾ ਬਣ ਗਿਆ। ਕਹਿੰਦੇ ਅੰਨਾ ਕੁਛ ਨਹੀਂ ਪ੍ਰਾਪਤ ਕਰ ਸਕਦਾ ਹੈ, ਅੰਤ ਪਛਤਾਏਗਾ
ਮੜੀਆਂ 'ਚ ਭੂਤ ਪ੍ਰੇਤ ਤਾਂ ਖੜੇ ਕਰ ਲੇਗਾ, ਰੱਬ ਨਹੀਂ ਮਿਲਣਾ। ਤੇ ਲੋਕੀ ਬਹੁਤ ਕੁਝ ਕਰਦੇ। ਅਸਲ ਵੈਰਾਗ ਇਹ ਨਹੀਂ, ਅਸਲ ਵੈਰਾਗ ਅੰਦਰੋਂ ਜਾਗ ਜਾਣਾ ਬੰਦੇ ਨੂੰ, ਪਤਾ ਲੱਗ ਜਾਏ ਵੀ ਜੋ ਕੁਝ ਵੀ ਮੇਰੇ ਕੋਲ ਹੈ ਇੱਕ ਦਿਨ ਇਹਨੂੰ ਛੱਡ ਕੇ ਜਾਣਾ, ਬਸ ਇਹ ਮੈਨੂੰ ਵਰਤਣ ਲਈ ਮਿਲਿਆ, ਮੇਰਾ ਹੈ ਨਹੀਂ। ਮੈਨੂੰ ਵਰਤਣ ਲਈ ਮਿਲਿਆ, ਮੈਂ ਵਰਤਣਾ ਬਸ, ਪਰ ਮੇਰਾ ਹੈ ਨਹੀਂ, ਇਹ ਇੱਕ ਦਿਨ ਛੱਡ ਜਾਣਾ। ਇਹ ਮੇਰੇ ਨਹੀਂ, ਮੈਂ ਇਹਨਾਂ ਦਾ। ਇਹ ਸਭ ਕੁਝ ਜੋ ਦਿਸੈ ਸੋ ਸਗਲ ਬਿਨਾਸੈ, ਜਿਉਂ ਬਾਦਰ ਕੀ ਛਾਈ। ਬਾਦਰ ਕਹਿੰਦੇ ਬੱਦਲਾਂ ਨੂੰ, ਜਿਵੇਂ ਬੱਦਲਾਂ ਦੀ ਛਾਂ ਬੰਦੇ ਤੇ ਆਉਂਦੀ ਤੇ ਥੋੜੇ ਟਾਈਮ ਲਈ ਆਉਂਦੀ ਚਲੀ ਜਾਂਦੀ, ਇਉਂ ਹੀ ਮਾਣੂ ਕੱਲੇ ਉੱਠੀ ਚੱਲੇ, ਸਾਧ ਨਾਹੀ ਇਹ ਵੇਹੀ ਗੱਲੇ। ਬੰਦੇ ਆਏ ਆ, ਉੱਠ ਕੇ ਜਾ ਰਹੇ ਆ। ਇਹ ਸਵਾਦ ਵਾਲੀ ਗੱਲ ਥੋੜਾ ਕੋਈ, ਜੇ ਬੰਦੇ ਨੂੰ ਅੰਦਰੋਂ ਜਾਗੇ ਹੀ ਨਾ, ਬੰਦੇ ਨੂੰ ਸਮਝ ਨਾ ਲੱਗੇ। ਗੁਰੂ ਜੀ ਕਹਿੰਦੇ ਬਨ ਬਨ ਖੋਜਤ ਫਿਰਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ, ਜਿਨ ਹਰ ਪਾਇਆ ਸੇ ਵੱਡ ਭਾਗੀ। ਕਹਿੰਦੇ ਵੱਡੇ ਭਾਗਾਂ ਵਾਲੇ ਤਾਂ ਉਹੀਓ ਹੈ ਜਿਨ੍ਹਾਂ ਦੀ ਲਿਵ ਲੱਗ ਗਈ ਔਰ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਪਾ ਲਿਆ। ਤੇ ਨਹੀਂ ਤੇ ਬਰਾਗ ਹੋਇਆ ਤੇ ਮੁੜ ਫਿਰ ਉਹ ਜਿਹੇ ਬਰਾਗੀ, ਇਹੋ ਜਿਹੇ ਉਹਨਾਂ ਦੀਆਂ ਗੱਲਾਂ ਨਿਕਲ ਆਉਂਦੀਆਂ, ਹੱਥ ਜੋੜਨੇ ਪੈਂਦੇ। ਇਹੋ ਜਿਹਾ ਬਰਾਗ ਹੋਵੇ ਹੀ ਨਾ ਤੇ ਚੰਗੀ ਗੱਲ ਹੈ। ਬਰਾਗੀ ਹੈ ਸੰਨਿਆਸੀ, ਪਰ 300 ਡੇਰਾ ਬਰਾਗੀ ਦਾ ਹੈ। ਸੰਨਿਆਸੀ 500 ਡੇਰਾ ਸੰਨਿਆਸੀ ਦਾ ਹੈ। ਸੰਨਿਆਸੀ ਇੱਥੇ ਹਰੀਦੁਆਰ ਜਾਂ ਕੁੰਭ ਦੇ ਮੇਲਿਆਂ ਦੇ ਉੱਤੇ ਨਾ ਉਹ ਆਉਂਦੇ ਹੁੰਦੇ ਆ, ਮੱਠਾਂ ਦੇ ਮਠਾਧੀਸ਼ ਜਿਹਨੂੰ ਕਹਿੰਦੇ ਆ। ਉਹ ਇੱਕ ਵਾਰ ਹੈਰਾਨ ਫੋਟੋ ਦੇਖੀ ਮੈਂ, ਸੰਨਿਆਸੀ ਅਖਾੜੇ ਦਾ ਜਿਹੜਾ ਮੁਖੀ ਸੀ। ਸੰਨਿਆਸੀ ਕੀ ਹੁੰਦਾ? ਜਿਹਨੇ ਦੁਨੀਆ ਨੂੰ ਛੱਡ ਦਿੱਤਾ, ਤਿਆਗ ਦਿੱਤਾ, ਉਹ ਸੰਨਿਆਸੀ ਹੁੰਦਾ। ਉਹਨਾਂ ਦਾ ਮੁਖੀ ਸੰਨਿਆਸੀਆਂ ਦਾ ਮੰਡਲੇਸ਼ਵਰ ਜਿਹੜਾ, ਉਹਦੀ ਫੋਟੋ ਦੇਖੀ ਤੇ ਸਰੀਰ ਦਾ ਕਿਹੜਾ ਅੰਗ ਸੀ ਜਿੱਥੇ ਸੋਨਾ ਨਹੀਂ ਸੀ ਚਾੜਿਆ। ਹੈ ਸੰਨਿਆਸੀ, ਉਂਗਲਾਂ ਛਾਂਪਾਂ ਨਾਲ ਭਰੀਆਂ, ਹੱਥ ਕੜਿਆਂ ਨਾਲ ਭਰੇ, ਗਲਾ ਕੜਿਆਂ ਨਾਲ ਭਰਿਆ ਹੋਇਆ, ਕੰਨਾਂ ਨੂੰ ਮੋਟੇ ਮੋਟੇ ਨੱਤੇ ਪਵਾਏ ਹੋਏ, ਤੇ ਲੱਕ ਨੂੰ ਵੀ ਤਾਂ ਬੰਨ੍ਹਦੇ ਹੁੰਦੇ ਜਿਹੜੀ ਉਹ ਵੀ ਮੇਰੇ ਖਿਆਲ ਸੋਨੇ ਦੀ ਹੋਣੀ। ਤੇ ਕੀ ਕਰੋਗੇ ਇਹੋ ਜਿਹੇ ਸੰਨਿਆਸ ਦਾ? ਪੁਰਖਨ ਤੇ ਦੁੱਗਣੀ ਸ਼ੁਦਾ, ਗ੍ਰਿਸਤਨ ਤੇ ਦੁੱਗਣੀ ਸ਼ੁਦਾ। ਗੁਰੂ ਨਾਨਕ ਸਾਹਿਬ ਦੇ ਇਤਿਹਾਸ 'ਚ ਭਾਈ ਬਾਲਾ ਜੀ ਦੱਸਦੇ, ਕਹਿੰਦੇ ਇਹੋ ਜਿਹਾ ਸਮਾਂ ਆ ਗਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਆਏ, ਜਿਹੜੇ ਆਪਣੇ ਆਪ ਨੂੰ ਸੰਨਿਆਸੀ ਜੋਗੀ ਬਰਾਗੀ ਕਹਾਉਂਦੇ ਸਨ, ਉਹ ਗ੍ਰਸਤੀਆਂ ਨਾਲੋਂ 2 ਗੁਣਾ ਜ਼ਿਆਦਾ ਅੱਗ ਲੱਗੀ ਪਈ ਸੀ ਉਹਨਾਂ ਵਿੱਚ ਪਦਾਰਥ ਇਕੱਠੇ ਕਰਨ। ਗ੍ਰਸਤੀ ਦੇ ਘਰੇ ਉਹਦੀ ਤੇ ਜ਼ਿੰਮੇਵਾਰੀ ਹੈ, ਉਹਨੇ ਪਰਿਵਾਰ ਪਾਲਣਾ। ਪਰ ਜਿਹੜਾ ਸੰਨਿਆਸੀ ਹੈ, ਜਿਹੜਾ ਬਰਾਗੀ ਹੋ ਗਿਆ, ਉਹਨੂੰ ਕੀ ਅੱਗ ਲੱਗ ਗਈ? ਭੁੱਖ ਲੱਗ ਗਈ ਇੰਨੀ ਕਾਹਦੀ? ਉਹ ਅੰਦਰ ਅੱਗ ਹੈ, ਉਹ ਤ੍ਰਿਸ਼ਨਾ ਦੀ ਅੱਗ ਹੈ। ਸਤਿਗੁਰੂ ਜੀ ਕਹਿੰਦੇ ਬਿਰਲੇ ਹੀ ਆ ਬੰਦੇ ਬਈ ਜਿਹੜੇ ਕੋਈ ਇਸ ਪਾਸੇ ਲੱਗਦੇ, ਤੇ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਨੂੰ ਜਪਿਆ, ਫਿਰ ਉਹ ਵੱਡੇ ਭਾਗਾਂ ਵਾਲੇ ਹੁੰਦੇ, ਉਹ ਪ੍ਰਾਪਤ ਵੀ ਕਰ ਲੈਂਦੇ। ਉਹ ਭਾਵੇਂ ਗ੍ਰਸਤ 'ਚ ਰਹਿਣ, ਕਿਸੇ ਵੀ ਆਸ਼ਰਮ 'ਚ ਰਹਿਣ, ਜਿਨ੍ਹਾਂ ਦੀ ਲਿਵ ਲੱਗ ਗਈ ਉਹੀ ਪੱਕੇ ਹਨ। ਬ੍ਰਹਮਾਦਿਕ ਸਨਕਾਦਿਕ ਚਾਹੈ, ਬ੍ਰਹਮਾ ਵਿਸ਼ਨੂੰ ਮਹੇਸ਼, ਬ੍ਰਹਮਾਦਿਕ ਜਣੀ ਉਹ ਸਾਰੇ ਤਿੰਨੇ ਆ ਗਏ। ਸਨਕਾਦਿਕ, ਸਨਕ ਬ੍ਰਹਮੇ ਦੇ ਪੁੱਤਰ, ਸਨਕ ਸਨੰਦਨ, ਸਨਾਤਨ ਤੇ ਸਨਤ ਕੁਮਾਰ, ਇਹ 4 ਨੇ। ਕਹਿੰਦੇ ਇਹ ਵੀ ਰੱਬ ਨੂੰ ਚਾਹੁੰਦੇ ਐ। ਜੋਗੀ ਜਤੀ ਸਿੱਧ ਹਰ ਆਹੈ, ਕਈ ਜੋਗੀ ਕਈ ਜਤੀ ਕਈ ਸਿੱਧ ਵੀ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕਰਦੇ, ਉਹਨੂੰ ਚਾਹੁੰਦੇ ਆ। ਜਿਸੈ ਪ੍ਰਾਪਤ ਸੋ ਹਰ ਗੁਣ ਗਾਹੈ, ਪਰ ਜਿਹਨੂੰ ਪੂਰਨ ਗੁਰੂ ਮਿਲ ਪਵੇ ਉਹੀ ਪਰਮੇਸ਼ਰ ਦੇ ਨਾਮ ਨੂੰ ਜਪਦਾ। ਨਹੀਂ ਤੇ ਭਾਈ ਜਤੀ ਆਪਣੇ ਹੱਥ 'ਚ ਲੱਗੇ ਐ, ਤਪੀ ਆਪਣੇ ਹੱਥ 'ਚ ਲੱਗੀ ਐ, ਸਿੱਧ ਆਪਣੇ 'ਚ, ਜੋਗੀ ਆਪਣੇ 'ਚ। ਜੋਗੀ ਕਹੇ ਜੋਗ ਭਲ ਮੀਠਾ, ਜੋਗੀ ਕਹਿੰਦੇ ਜੋਗ ਇਹ ਚੰਗਾ ਸਾਡਾ। ਸਿੱਧ ਆਪਣੇ, ਜਤੀ ਆਪਣੇ, ਆਪੋ ਆਪਣੇ। ਡਫਲੀ ਕਬੀਰ ਨੌਬਤ ਆਪਣੀ, ਦਿਨ ਦਾ ਸਲੇਹ ਬਜਾਏ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ, ਆਪੋ ਆਪਣੀ ਸਾਰੇ ਕਰੀ ਜਾਂਦੇ ਆ। ਪਰ ਕਹਿੰਦੇ ਬਿਰਲੇ ਹਨ ਉਹ ਰੱਬ ਦਾ ਨਾਮ ਜਪਦੇ ਹਨ। ਤਾਂ ਕਿ ਸ਼ਰਨ
ਜਿਨ ਬਿਸਰਤ ਨਾਹੀ। ਮੈਂ ਤਾਂ ਉਹਨਾਂ ਦੀ ਸ਼ਰਨ ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ। ਵੱਡ ਭਾਗੀ ਹਰ ਸੰਤ ਮਿਲਾਹੀ। ਪੂਰਾ ਹੀ ਕੋਈ ਵੱਡਾ ਹੀ ਭਾਗ ਕਰਮ ਜਾਗ ਗਿਆ ਜਿਹਦੇ ਲਈ ਮੈਨੂੰ ਰੱਬ ਦਾ ਪਿਆਰਾ ਕੋਈ ਸੰਤ ਮਿਲ ਪਿਆ, ਸੱਚਾ ਸੰਤ ਜਿਹੜਾ ਆਪ ਜੁੜਿਆ ਅਤੇ ਮੈਨੂੰ ਵੀ ਜੋੜ ਰਿਹਾ ਹੈ। ਜਨਮ ਮਰਨ ਤੇ ਮੂਲੇ ਨਾਹੀ। ਵੱਡੇ ਭਾਗਾਂ ਨਾਲ ਸੰਤ ਸਾਧੂ ਮਿਲਦਾ ਹੈ, ਪੂਰਨ ਗੁਰੂ ਮਿਲਦਾ ਹੈ, ਤੇ ਜਿਹਨੂੰ ਮਿਲ ਪਾਏ ਫਿਰ ਕਹਿੰਦੇ ਉਹਦਾ ਜਨਮ ਮਰਨ ਤੇ ਫਿਰ ਮੂਲ ਜਾਣੀ ਜੜੋਂ ਹੀ ਕੱਟਿਆ ਗਿਆ ਨਾ, ਫਿਰ ਨਹੀਂ ਜਨਮ ਮਰਨ ਰਹਿੰਦਾ। ਜਨਮ ਮਰਨ ਤੇ ਮੂਲੇ ਨਾਹੀ, ਫਿਰ ਉਹਨੂੰ ਮੂਲੇ ਜਾਣੀ ਜੜੋਂ ਹੀ ਉਹਨੂੰ ਹੈ ਨਹੀਂ, ਕੱਟਿਆ ਗਿਆ। ਕਰ ਕਿਰਪਾ ਮਿਲ ਪ੍ਰੀਤਮ ਪਿਆਰੇ। ਅਰਦਾਸ ਕਰ ਰਹੇ, ਇਹ ਪਿਆਰੇ ਪ੍ਰੀਤਮ ਵਾਹਿਗੁਰੂ ਕਿਰਪਾ ਕਰੋ, ਮੈਨੂੰ ਮਿਲੋ। ਬਿਨੋ ਸੁਨੋ ਪ੍ਰਭ ਉੱਚ ਅਪਾਰੇ। ਮੈਂ ਤੈਨੂੰ ਕਿੱਧਰ ਦੇਖਾਂ ਕਿੱਧਰ ਲੱਭਾਂ, ਮੇਰੇ ਕੋਲ ਕੋਈ ਰਾਹ ਨਹੀਂ, ਟਿਕਾਣਾ ਨਹੀਂ। ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ। ਮੇਰੇ ਕੋਲ ਕੋਈ ਐਸੀ ਤਾਕਤ ਨਹੀਂ ਤੇਰੇ ਕੋਲ ਸੁਨੇਹਾ ਭੇਜਾਂ। ਮੈਂ ਤੇ ਬੇਨਤੀ ਕਰ ਸਕਦਾ। ਬਿਨੋ ਸੁਨੋ ਪ੍ਰਭ ਉੱਚ ਅਪਾਰੇ। ਹੈ ਪ੍ਰਭੂ ਉੱਚੇ ਅਤੇ ਪਰੇ ਤੋਂ ਪਰੇ ਵਾਹਿਗੁਰੂ ਮੇਰੀ ਬੇਨਤੀ ਸੁਣ। ਆਖਰੀ ਪੰਕਤੀ 'ਚ ਕਹਿੰਦੇ ਨਾਨਕ ਮੰਗਤ ਨਾਮੇ ਆਧਾਰੇ। ਗੁਰੂ ਜੀ ਕਹਿੰਦੇ ਮੈਂ ਇਹ ਵਾਹਿਗੁਰੂ ਤੇਰਾ ਨਾਮ ਮੰਗਦਾ, ਤੇਰੇ ਨਾਮ ਦਾ ਆਸਰਾ ਮੈਨੂੰ ਦੇ ਦੇ, ਜਿਸ ਦੀ ਬਰਕਤ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜੀ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਜਿਤਨੀ ਵੀ ਸੰਗਤ ਦੂਰੋਂ ਨੇੜੇ ਚੱਲ ਕੇ ਗੁਰੂ ਦਰਬਾਰ 'ਚ ਪਹੁੰਚਦੀ ਹੈ, ਸਭਨਾਂ ਨੂੰ ਜੀਵਾਂ ਨੂੰ ਸਤਿਗੁਰੂ ਆਪ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।